ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਜਿਹੋ ਜਿਹਾ ਮਾਹੌਲ ਹੈ ਉਸ ਨੂੰ ਲੈ ਕੇ ਜ਼ਰੂਰ ਲੋਕ ਸੋਚਣ ਦੇ ਲਈ ਮਜਬੂਰ ਨੇ। ਨਾਮ ਸਾਹਮਣੇ ਆ ਰਹੇ ਨੇ ਵੱਖਰੇ ਵੱਖਰੇ ਗੈਂਗਸਟਰਸ ਦੇ ਤੇ ਇੱਕੋ ਜਿਹੜਾ ਸਵਾਲ ਹੈ ਉਹ ਜ਼ਹਿਨ ਦੇ ਵਿੱਚ ਆਉਂਦਾ ਹੈ ਕਿ ਸੱਚੀ ਦੇ ਵਿੱਚ ਇਹ ਜਿਹੜੇ ਨੌਜਵਾਨ ਨੇ ਮਸਾਂ 25 28 30 ਸਾਲਾਂ ਦੇ ਨੇ, ਇਹ ਸੱਚੀ ਦੇ ਵਿੱਚ ਗੈਂਗਸਟਰ ਨੇ ਜੋ ਕਿ ਧਮਕੀਆਂ ਦੇ ਰਹੇ ਨੇ, ਜੋ ਕਿ ਸੱਚੀ ਦੇ ਵਿੱਚ ਫਿਰੌਤੀ ਦੀਆਂ ਮੰਗਾਂ ਕਰ ਰਹੇ ਨੇ। ਆਖਰ ਇਹ ਕਿੱਥੋਂ ਪੈਦਾ ਹੋਏ, ਕਿੱਥੋਂ ਆਏ, ਇਹਨਾਂ ਬਾਰੇ ਜਾਣਾਂਗੇ। ਸਾਡੇ ਨਾਲ ਗੱਲਬਾਤ ਕਰਨ ਲਈ ਪੰਜਾਬ ਦੇ ਸਾਬਕਾ ਡੀਜੀਪੀ ਸ਼ਸ਼ੀਕਾਂਤ ਜੀ ਮੌਜੂਦ ਨੇ। ਇਹ ਡੀਜੀਪੀ ਜੇਲ੍ਹ ਵੀ ਰਹੇ ਨੇ ਤੇ ਇਹਨਾਂ ਨੂੰ ਅੱਛੀ ਖਾਸੀ ਜਾਣਕਾਰੀ ਹੋਵੇਗੀ ਕਿ ਜੇਲ੍ਹਾਂ ਦੇ ਵਿੱਚ ਫੋਨ ਕਿੱਥੋਂ ਆਉਂਦੇ ਨੇ। ਸਾਰੀਆਂ ਜਿਹੜੀਆਂ ਜਾਣਕਾਰੀਆਂ ਨੇ ਅੱਜ ਇਹਨਾਂ ਤੋਂ ਲਵਾਂਗੇ। ਸ਼ਸ਼ੀਕਾਂਤ ਜੀ, ਸਭ ਤੋਂ ਪਹਿਲਾਂ ਤਾਂ ਮੈਂ ਜਾਣਨਾ ਚਾਹਾਂਗੀ, ਬੜੇ ਨਜ਼ਦੀਕ ਦੇ ਨਾਲ ਤੁਸੀਂ ਪੰਜਾਬ ਦੇ ਵਿੱਚ ਵਿਚਰੇ ਹੋ, ਇੱਥੋਂ ਦੇ ਡੀਜੀਪੀ ਤੁਸੀਂ ਰਹਿ ਚੁੱਕੇ ਹੋ। ਗੈਂਗਵਾਰ ਦਾ ਜਦੋਂ ਨਾਮ ਆਉਂਦਾ ਕਿ ਪੰਜਾਬ ਦੇ ਵਿੱਚ ਗੈਂਗਵਾਰ ਹੋਈ ਹੈ, ਤੁਹਾਨੂੰ ਕੀ ਲੱਗਦਾ ਕਿਹੜੀਆਂ ਘਟਨਾਵਾਂ ਨੇ ਉਹ ਪੰਜਾਬ ਦੇ ਵਿੱਚ ਗੈਂਗਵਾਰ ਨੇ ਜਿਹੜਾ ਉਹ ਹੁੰਦੀਆਂ ਨੇ ਤੇ ਕਰਵਾਉਂਦੀਆਂ ਨੇ? ਗੈਂਗਸ ਵਾਰ ਤੇ ਗੈਂਗਾਂ ਦੀ ਜਿਹੜੀ ਲੜਾਈ ਹੈਗੀ ਇਹ ਕੋਈ ਨਵੀਂ ਚੀਜ਼ ਨਹੀਂ ਹੈਗੀ ਹੈ। ਜਦੋਂ ਇਹ ਗੈਂਗਸ ਜਿਹੜੇ ਅੱਜ ਦੀ ਤਰੀਕ ਦੇ ਗੈਂਗ ਹੈਗੇ ਨੇ, ਗੈਂਗਸਟਰਸ ਹੈਗੇ ਨੇ, ਜਦੋਂ ਇਹ ਮੌਜੂਦ ਨਹੀਂ ਵੀ ਸਨ, ਉਸ ਵੇਲੇ ਵੀ ਇਹੀ ਹੁੰਦਾ ਸੀ। ਜਦੋਂ ਦੋ ਗਰੁੱਪਾਂ ਦੀ ਲੜਾਈ ਹੋ ਜਾਂਦੀ ਸੀ ਤੇ ਪੁਲਿਸ ਦੇ ਵੀ ਅਸੀਂ ਹੀ ਕਹਿੰਦੇ ਦੋ ਗੈਂਗਾਂ ਦੀ ਆਪਸ ਲੜਾਈ ਹੋ ਗਈ ਹੈ। ਗੈਂਗ ਦਾ ਮਤਲਬ ਬੇਸਿਕਲੀ ਹੁੰਦਾ ਸੀ, ਜਿਹੜਾ ਅਸੀਂ ਲੈਂਦੇ ਸੀ ਕਿ ਦੋ ਗਰੁੱਪ ਜਿਹੜੇ ਹੈਗੇ ਨੇ ਆਰਮਡ ਹੈਗੇ ਨੇ, ਉਹਨਾਂ ਦੇ ਕੋਲ ਅਸਲਾ ਹੈਗਾ, ਇੱਕ ਦੂਜੇ ਦੇ ਨਾਲ ਲੜਾਈ ਹੋ ਰਹੀ ਹੈ, ਗੁੰਡਾਗਰਦੀ ਚੱਲ ਰਹੀ ਹੈ। ਤਾਂ ਬੇਸਿਕਲੀ ਗੈਂਗ ਜਿਹੜਾ ਹੈਗਾ ਸ਼ਬਦ ਇੱਕ ਹੈਗਾ ਗੁੰਡਾਗਰਦੀ ਜਿਹੜੀ ਹੈਗੀ ਉਹਦੇ ਲਈ। ਪਰ ਅੱਜ ਦੀ ਤਰੀਕ ਜਿਹੜੇ ਗੈਂਗਸਟਰਸ ਹੈਗੇ ਨੇ ਉਹ ਉਸ ਸਮਾਂ ਦੇ ਗੈਂਗਸਟਰਸ ਤੋਂ ਵੱਖ ਹੈਗੇ ਨੇ। ਉਸ ਸਮੇਂ ਗੈਂਗਸ ਜਿਹੜੇ ਕੰਮ ਕਰਦੇ ਸਨ ਜਾਂ ਜਿਹਨੂੰ ਅਸੀਂ ਕਹਿੰਦੇ ਸੀ ਗੈਂਗਾਂ ਦੀ ਲੜਾਈ ਹੋ ਗਈ, ਉਹ ਸਪੋਰੈਡਿਕ ਘਟਨਾਵਾਂ ਹੁੰਦੀਆਂ ਸਨ। ਪਰ ਹੁਣ ਜਿਹੜਾ ਹੈਗਾ ਇਟ ਇਜ਼ ਅ ਪਾਰਟ ਆਫ ਆਰਗੇਨਾਈਜ਼ਡ ਗਰੁੱਪ, ਆਰਗੇਨਾਈਜ਼ਡ ਕ੍ਰਾਈਮ। ਤਾਂ ਆਰਗੇਨਾਈਜ਼ਡ ਕ੍ਰਾਈਮ ਅੱਜ ਦੀ ਤਰੀਕ 'ਚ ਹੈਗਾ ਗੈਂਗਸਟਰਸ ਦਾ। ਉਸ ਵੇਲੇ ਗੈਂਗਸਟਰ ਜਿਹੜੇ ਸਨ ਦੈਟ ਵਾਜ਼ ਬੇਸਿਕਲੀ ਅਨਆਰਗੇਨਾਈਜ਼ਡ ਕ੍ਰਾਈਮ ਐਜ਼ ਸੱਚ। ਤੋ ਬੇਸਿਕਲੀ ਉਸ ਵੇਲੇ ਦੇਖੋ ਜਿਹੜੇ ਗਰੁੱਪ ਉਹ ਥੋੜ੍ਹੇ ਬਹੁਤ ਤੁਸੀਂ ਪੁੱਛ ਰਹੇ ਸੀ ਕਿਹੜੇ ਗਰੁੱਪ ਉਸ ਵੇਲੇ ਸਨ। ਮੈਂ 12 ਦੀ ਗੱਲ ਕਰਾਂ ਜਾਂ ਨਾਭਾ ਜੇਲ ਬ੍ਰੇਕ ਦੇ ਆਲੇ ਦੁਆਲੇ ਦੀ ਗੱਲ ਕਰਾਂ, ਗੋਂਡਰ ਗਰੁੱਪ ਹੁੰਦਾ ਸੀ ਜਿਹਦੇ 'ਚ ਕਹਿੰਦੇ ਹੈਗੇ ਨੇ ਜਿਹੜਾ ਨਾਭਾ ਜੇਲ ਗਰੁੱਪ ਬ੍ਰੇਕ ਹੋਇਆ ਹੈਗਾ ਗੋਂਡਰ ਨੇ ਉਹਦੇ 'ਚ ਕੀਤਾ ਸੀ। ਇੱਕ ਹੋਰ ਮੈਨੂੰ ਯਾਦ ਆ ਰਿਹਾ ਹੈਗਾ ਹੈ ਕਿ ਸ਼ਾਇਦ ਹੁਸ਼ਿਆਰਪੁਰ ਜਾਂ ਕਿਤੇ ਇੱਕ ਲਖਾਰੀ ਗੈਂਗ ਵੀ ਹੁੰਦਾ ਸੀ। ਇਸ ਤਰ੍ਹਾਂ ਦੇ ਗੈਂਗ ਸਨ, ਬਟ ਮੈਂ ਕਹਾਂਗਾ ਉਹ ਇੰਨੇ ਆਰਗੇਨਾਈਜ਼ਡ ਨਹੀਂ ਸੀ ਜਿੰਨਾ ਕਿ ਅੱਜ ਦੀ ਤਰੀਕ ਦੇ ਵਿੱਚ ਆਰਗੇਨਾਈਜ਼ ਹੋ ਗਏ ਕਿ ਉਹਨਾਂ ਦਾ ਲਿੰਕਸ ਜਿਹੜੇ ਹੈਗੇ ਨੇ ਪੈਨ ਇੰਡੀਆ ਜਾਪਦਾ ਜਿਸ ਤਰ੍ਹਾਂ ਹੋ ਗਿਆ। ਜੇ ਸਾਊਥ ਪਾਸ ਨੂੰ ਛੱਡ ਦਿਓ ਤੁਸੀਂ ਕਿ ਉਹਨਾਂ ਦੇ ਇੱਥੇ ਦੇ ਗੈਂਗ ਜਿਸ ਤਰ੍ਹਾਂ ਬਿਸ਼ਨੋਈ ਦੀ ਗੱਲ ਹੋ ਰਹੀ ਹੈਗੀ ਹੈ, ਬਿਸ਼ਨੋਈ ਦੇ ਗੈਂਗ ਦੇ ਵਿੱਚ ਜਿਹੜੇ ਬੰਦੇ ਕਹਿ ਰਹੇ ਹੈਗੇ ਨੇ ਉਹ ਹਿਮਾਚਲ ਤੋਂ ਵੀ ਹੈਗੇ ਨੇ, ਉੱਤਰਾਖੰਡ ਤੋਂ ਵੀ ਹੈਗੇ ਨੇ, ਯੂਪੀ ਤੋਂ ਵੀ ਹੈਗੇ ਨੇ, ਹਰਿਆਣੇ ਤੋਂ ਵੀ ਹੈਗੇ ਨੇ, ਦਿੱਲੀ ਤੋਂ ਵੀ ਹੈਗੇ ਨੇ, ਦੈਨ ਈਵਨ ਯੋਰ ਮਹਾਰਾਸ਼ਟਰ। ਸੋ ਦੋਵਾਂ ਸਮਾਂ ਦੇ ਗੈਂਗਸਟਰਸ ਨੂੰ, ਗੈਂਗ ਵਾਰਸ ਨੂੰ, ਗੈਂਗਸ ਜਿਹੜੇ ਹੈਗੇ ਨੇ ਕਲਚਰ ਬੇਸਿਕਲੀ ਥੋੜ੍ਹੀ ਡਿਫਰੈਂਟ ਹੈਗੀ ਹੈ। ਇੱਕ ਆਰਗੇਨਾਈਜ਼ਡ ਕ੍ਰਾਈਮ ਹੈਗਾ, ਇੱਕ ਬੇਸਿਕਲੀ ਸਪੋਰੈਡਿਕ ਅਨਆਰਗੇਨਾਈਜ਼ਡ ਕ੍ਰਾਈਮ ਸੀ। ਗੈਂਗਸਟਰਸ ਦੀ ਜੇਕਰ ਮੈਂ ਗੱਲ ਕਰਾਂ, ਅਸੀਂ ਵੀ ਪਿਛਲੇ ਦਿਨੋਂ ਹਿਸਟਰੀ ਜਦੋਂ ਖੰਗਾਲੀ ਇਸ ਚੀਜ਼ ਦੀ ਕਿ ਆਖਰ ਗੈਂਗਸਟਰ ਆਏ ਕਿੱਥੋਂ ਨੇ, ਤੇ ਉੱਥੋਂ ਦੀ ਸਾਨੂੰ ਪਤਾ ਲੱਗਾ ਕਿ ਕੁਛ ਇੱਕ ਤਾਂ ਅਜਿਹੇ ਹੈਗੇ ਨੇ ਜਿਨ੍ਹਾਂ ਉੱਤੇ 3-4 ਹੀ ਜਿਹੜੇ ਕੇਸ ਨੇ ਉਹ ਦਰਜ ਨੇ ਤੇ ਕੁਛ ਦੇ ਉੱਤੇ 50 ਤੋਂ ਵੱਧ ਵੀ ਮਾਮਲੇ ਦਰਜ ਹੈਗੇ ਨੇ। ਫਿਰ ਅਜਿਹੇ ਵਿੱਚ ਕਿਹਨਾਂ ਨੂੰ ਗੈਂਗਸਟਰ ਹੈ ਜਿਹੜਾ ਕਿਹਾ ਜਾ ਸਕਦਾ ਹੈ ਤੇ ਕੌਣ ਨੇ ਜਿਹੜੇ ਨਾਰਮਲ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਕ੍ਰਾਈਮ ਕਰਦੇ ਨੇ ਜਿਹੜੇ ਉਹਦੇ ਅੰਡਰ, ਅਪਰਾਧਾਂ ਦੇ ਅੰਡਰ ਆਉਂਦੇ ਨੇ? ਦੇਖੋ ਅੱਜ ਦੀ ਤਰੀਕ 'ਚ ਜਿਸ ਮੈਂ ਬੇਨਤੀ ਕੀਤੀ ਹੈਗੇ ਗੈਂਗਸ ਜਿਹੜੇ ਹੈਗੇ ਨੇ ਜਿਹੜੇ ਕਿ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਹੈਗੇ ਨੇ। ਤੁਹਾਨੂੰ ਪਤਾ ਹੈਗਾ ਕਿ ਵੱਖ-ਵੱਖ ਸਟੇਟਾਂ ਨੇ ਆਪਣੇ ਕਾਨੂੰਨ ਵੀ ਬਣਾਏ ਹੈਗੇ ਨੇ। ਪਹਿਲਾ ਕਾਨੂੰਨ ਜਿਹੜਾ ਬਣਿਆ ਸੀ ਉਹ ਸੀ ਮਹਾਰਾਸ਼ਟਰ ਦਾ ਮਕੋਕਾ ਜਿਹੜਾ ਹੈਗਾ, ਦੈਟ ਇਜ਼ ਪਿਛਲੀ ਸਰਕਾਰ ਜਿਹੜੀ ਪੰਜਾਬ ਦੇ ਵਿੱਚ ਸੀ ਇਹਨਾਂ ਨੇ ਵੀ ਮਿਲਦਾ ਜੁਲਦਾ ਪਕੋਕਾ ਜਾਂ ਇਸ ਤਰ੍ਹਾਂ ਕੋਈ ਨਾਂ ਦਾ ਇੱਕ ਬਣਾਇਆ ਸੀ ਟੂ ਆਰਗੇਨਾਈਜ਼ ਕ੍ਰਾਈਮ। ਅਤੇ ਹੁਣ ਜਿਹੜਾ ਵੀ ਹੈਗਾ ਇਟਸ ਬੇਸਿਕਲੀ ਆਲ ਆਰਗੇਨਾਈਜ਼ ਕ੍ਰਾਈਮ। ਜਿਹੜੇ ਵੀ ਆਰਗੇਨਾਈਜ਼ ਕ੍ਰਾਈਮ ਆਇਆ ਹੋ ਰਿਹਾ ਹੈਗਾ ਉਹ ਜਿਹੜੇ ਗਰੁੱਪਸ ਹੈਗੇ ਨੇ, ਗੈਂਗਸਟਰਸ ਹੈਗੇ ਨੇ, ਮੈਂ ਕਹਾਂਗਾ ਕਿ ਦੇ ਆਰ ਰੀਅਲ ਥ੍ਰੈਟ ਟੂ ਦ ਸੋਸਾਇਟੀ। ਉਹ ਆਮ ਤੌਰ 'ਤੇ ਕਈ ਵਾਰਾਂ ਚਾਹੇ ਸਟੂਡੈਂਟਸ ਦਾ ਹੈਗਾ, ਬੱਚਿਆਂ ਦਾ ਹੈਗਾ, ਲੜਾਈ ਝਗੜੇ ਜਿਹੜੇ ਹੈਗੇ ਨੇ ਚੱਲਦੇ ਰਹਿੰਦੇ ਨੇ, ਦੈਟ ਗੋਜ਼ ਔਨ, ਨੋ ਡਾਊਟ ਅਬਾਊਟ ਇਟ। ਬਟ किसी भी चीज़ का एक ऑर्गेनाइज सिस्टमेटिक तरीके से करके एक स्ट्रैटजी बना करके अपराध करना जोड़ा है वो दैट्स ए बिग थिंग। और तुसी क्या कि किन्नी अपराध करने के बाद कोई बंदा गैंग मानिया जाएगा, गैंगस्टर मानिया नहीं जाएगा, इस तरह की कोई डेफिनीशन जी हैगी है ਉਹਦੇ 'ਚ ਆਈ ਡੋਂਟ ਥਿੰਕ ਇਸ ਤਰ੍ਹਾਂ ਕੋਈ ਡੈਫੀਨੇਸ਼ਨ ਅਜੇ ਤੱਕ ਆਈ ਹੈਗੀ ਹੈ। ਉਹਦੇ 'ਚ ਇਹੀ ਹੈਗਾ ਕਿ ਜਿੱਥੇ ਵੀ ਗੱਲ ਆਉਂਦੀ ਹੈਗੀ ਕਿਤੇ ਕੋਈ ਅਪਰਾਧ ਹੋਇਆ, ਇਨਵੈਸਟੀਗੇਸ਼ਨ ਉਹਦੇ 'ਚ ਹੁੰਦਾ ਹੈਗਾ। ਇਨਵੈਸਟੀਗੇਸ਼ਨ ਜਦੋਂ ਹੁੰਦਾ ਉਹਦੇ 'ਚ ਆ ਗਈ ਕਿ ਇੱਥੇ ਆਰਗੇਨਾਈਜ਼ਡ ਗਰੁੱਪ ਹੈਗਾ, ਇਹਦੇ ਲਿੰਕਸ ਇੱਥੇ ਵੀ ਆ ਗਏ, ਉੱਥੇ ਵੀ ਆ ਗਏ, ਉੱਥੇ ਵੀ ਆ ਗਏ। ਦੇ ਆਲ ਆਰ ਪਾਰਟ ਆਫ ਜਿਨ੍ਹਾਂ ਨੂੰ ਅਸੀਂ ਅੱਜ ਦੀ ਤਰੀਕ 'ਚ ਗੈਂਗਸ ਕਹਾਂਗੇ।
ਸਰ ਤੁਹਾਡੇ ਤੋਂ ਜਾਣਨਾ ਚਾਹਾਂਗੇ ਜਿਸ ਤਰ੍ਹਾਂ ਅੱਜ ਕੱਲ ਦਾ ਮਾਹੌਲ ਹੈਗਾ ਹੈ ਕਿ ਗੈਂਗਸਟਰ ਨੇ ਜਿਹੜੇ ਉਹ ਪਹਿਲਾਂ ਧਮਕੀ ਦਿੰਦੇ ਨੇ ਕਈ ਵਾਰ ਤਾਂ ਜਿਵੇਂ ਹੁਣ ਅਸੀਂ ਸਿੱਧੂ ਮੂਸੇਵਾਲੇ ਦੇ ਕਤਲ ਦਾ ਮਾਮਲਾ ਅਸੀਂ ਦੇਖਿਆ ਉਸ ਦੇ ਵਿੱਚ ਉਸ ਨੂੰ ਕਿਸ ਤਰ੍ਹਾਂ ਦੀ ਕੋਈ ਇਤਲਾ ਨਹੀਂ ਸੀ ਦਿੱਤੀ ਗਈ ਸਿੱਧੀ ਰੇਕੀ ਹੋਈ ਤੇ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਗੋਲੀਆਂ ਮਾਰ ਕੇ ਬਾਅਦ ਦੇ ਵਿੱਚ ਉਸ ਦੇ ਕਤਲ ਦੀ ਜਿਹੜੀ ਜ਼ਿੰਮੇਵਾਰੀ ਉਹ ਫੇਸਬੁੱਕ ਤੇ ਲੈ ਲਈ ਗਈ ਤੁਹਾਨੂੰ ਕੀ ਲੱਗਦਾ ਹੈ ਕਿ ਅਜਿਹੇ ਹੁਣ ਜਿਹੜੇ ਕੰਮ ਹੋਣੇ ਸ਼ੁਰੂ ਹੋ ਗਏ ਨੇ ਪੰਜਾਬ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਕਿਹੋ ਜਿਹਾ ਮੈਸੇਜ ਦੇਣ ਦੀ ਕੋਸ਼ਿਸ਼ ਹੈ ਜਿਹੜੇ ਗੈਂਗਸਟਰ ਕਰ ਰਹੇ ਨੇ ਜੇ ਤੁਸੀਂ ਫੇਸਬੁੱਕ ਵਗੈਰਾ ਤੇ ਜਿਹੜਾ ਸਟੇਟਸ ਅਪਡੇਟ ਵਗੈਰਾ ਹੋ ਰਿਹਾ ਹੈਗਾ ਹੈ, ਇਹ ਤਾਂ ਪਹਿਲੇ ਵੀ ਅਨਫੋਰਚੂਨੇਟਲੀ ਹੁੰਦਾ ਸੀ। ਜਦੋਂ ਮੈਂ 2012 'ਚ ਨੌਕਰੀ ਤੋਂ ਬਾਹਰ ਆਇਆ ਹੈ ਉਸ ਤੋਂ ਪਹਿਲੇ ਵੀ ਹੁੰਦਾ ਸੀ। ਕਾਫੀ ਇਸ ਤਰ੍ਹਾਂ ਦੇ ਇੰਸਟੈਂਸਿਸ ਸਨ ਕਿ ਜੇਲ੍ਹ ਦੇ ਵਿੱਚ ਜਿਹੜੇ ਅਪਰਾਧੀ ਬੈਠੇ ਹੈਗੇ ਨੇ ਜਿਨ੍ਹਾਂ ਨੂੰ ਤੁਸੀਂ ਆਰਗੇਨਾਈਜ਼ਡ ਕ੍ਰਾਈਮ ਹੈਗਾ ਜਾਂ ਈਵਨ ਅਨਆਰਗੇਨਾਈਜ਼ਡ ਕ੍ਰਾਈਮ ਜਿਹੜਾ ਹੈਗਾ ਜੇ ਡਰੱਗ ਸਮਗਲਰਸ ਹੈਗੇ ਉਹ ਵੀ ਜੇਲ੍ਹਾਂ ਦੇ ਵਿੱਚ ਬਹਿ ਕੇ ਆਪਣੀ ਫੇਸਬੁੱਕ ਸਟੇਟਸ ਐਂਡ ਦੂਜੇ ਜਿਹੜੇ ਹੈਗੇ ਨੇ ਅਪਡੇਟ ਕਰਦੇ ਰਹਿੰਦੇ ਸਨ। ਯੈਸ ਇਸੇ ਇਟ ਵਾਜ਼ ਅ ਸੀਰੀਅਸ ਥਿੰਗ ਐਂਡ ਇਟ ਇਜ਼ ਅ ਸੀਰੀਅਸ ਥਿੰਗ ਇੰਡੀਡ। ਯੈਸ ਇੱਕ ਚੀਜ਼ ਹੋਰ ਉਹਦੇ 'ਚ ਸਾਹਮਣੇ ਆਈ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਭਰਾ ਵਿੱਕੀ ਮਿੱਡੂ ਖੇੜਾ ਦੇ ਕਤਲ ਦੀ ਜਿਹੜੀ ਤੁਹਾਡੇ ਤੋਂ ਬਦਲਾ ਲੈਣਾ ਚਾਹੁੰਦੇ ਸੀ ਇਸ ਕਰਕੇ ਅਸੀਂ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਇਹੋ ਜਿਹੀ ਜਿਹੜੀਆਂ ਵਾਰਦਾਤਾਂ ਨੇ ਯਾਨੀ ਕਿ ਇੱਕ ਦੂਜੇ ਦਾ ਬਦਲਾ ਲੈਣ ਦੇ ਪਿੱਛੇ ਹਾਲਾਂਕਿ ਉਹਦੇ 'ਚ ਸਾਬਿਤ ਵੀ ਨਹੀਂ ਸੀ ਹੋਇਆ ਕਿ ਸਿੱਧੂ ਮੂਸੇਵਾਲਾ ਦਾ ਉਸ ਦੇ ਵਿੱਚ ਹੱਥ ਹੈ ਨਹੀਂ ਹੈ ਕਿਉਂਕਿ ਉਹ ਹਾਲੇ ਚੱਲਦੀ ਪਈ ਸੀ ਪਰ ਉਹਨਾਂ ਨੇ ਆਪਣਾ ਇੱਕ ਫੈਸਲਾ ਕੱਢਿਆ ਤੇ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਤੁਹਾਨੂੰ ਕੀ ਲੱਗਦਾ ਅਜਿਹੀ ਜਿਹੜੀ ਬਦਲੇ ਦੀ ਭਾਵਨਾ ਹੈ ਉਹ ਕਿਸ ਤਰ੍ਹਾਂ ਦੇ ਨਾਲ ਪੰਜਾਬ ਦੇ ਨੌਜਵਾਨਾਂ ਦਾ ਘਾਣ ਕਰ ਰਹੀ ਹੈ ਜਦੋਂ ਕਾਨ ਦੀ ਗੱਲ ਹੈਗੀ ਹੈ ਯੈਸ ਉਹ ਤੇ ਕਰ ਰਹੀ ਹੈਗੀ ਹੈ ਬਟ ਫਿਰ ਮੈਂ ਤੁਹਾਡਾ ਧਿਆਨ ਲਿਜਾਣਾ ਚਾਹਾਂਗਾ ਇਹ ਜਿਹੜੀ ਇੱਕ ਮੈਂਟੈਲਿਟੀ ਹੈਗੀ ਹੈ ਇਸ ਤਰ੍ਹਾਂ ਦੀ ਸੋਚ ਜਿਹੜੀ ਹੈਗੀ ਹੈ ਇਹ ਤੇ ਅਨਫੋਰਚੂਨੇਟਲੀ ਸਾਰੇ ਥਾਂ ਤੇ ਹੈਗਾ ਕਿ ਤੂੰ ਮੇਰੇ ਭਰਾ ਨੂੰ ਕੁੱਟਿਆ ਸੀ ਮੈਂ ਤੈਨੂੰ ਕੁੱਟਿਆਂਗਾ ਤੂੰ ਮੇਰੇ ਬੇਟੇ ਨੂੰ ਕੁੱਟਿਆ ਸੀ ਮੈਂ ਤੈਨੂੰ ਤੇਰੇ ਬੇਟੇ ਨੂੰ ਕੁੱਟ ਦਿਆਂਗਾ ਇਸ ਤਰ੍ਹਾਂ ਦੀ ਜਿਹੜੀ ਬਦਲਾ ਲੈਣ ਦੀ ਭਾਵਨਾ ਹੈਗੀ ਹੈ ਉਹ ਤੇ ਸਰਟੇਨਲੀ ਹਰ ਛੋਟੇ ਲੈਵਲ ਤੇ ਵੀ ਹੈ ਵੱਡੇ ਤੋਂ ਵੱਡੇ ਲੈਵਲ ਤੇ ਵੀ ਹੈਗੀ ਹੈ ਪਰ ਇਹ ਜਿਹੜੀ ਗੱਲ ਕਰਾਂ ਦੇਖੋ ਤੁਸੀਂ ਗੱਲ ਕੀਤੀ ਕਿ ਮੂਸੇਵਾਲੇ ਦੀ ਉਹਦੇ 'ਚ ਉਹਨੂੰ ਕੋਈ ਇਸ ਤਰ੍ਹਾਂ ਐਜ਼ ਸੱਚ ਧਮਕੀ ਤੁਸੀਂ ਦੱਸਿਆ ਨਹੀਂ ਗਈ ਬਟ ਜੇ ਤੱਕ ਮੈਨੂੰ ਪਤਾ ਹੈਗਾ ਉਹਨੂੰ ਵੀ ਧਮਕੀਆਂ ਗਈਆਂ ਸਨ ਕਿ ਤੈਨੂੰ ਵੀ ਤੇਰੇ ਉੱਤੇ ਵੀ ਇਹੀ ਹੋਏਗਾ ਜਿਹੜੇ ਉਹਨੇ ਲਾਸਟ ਆਪਣੀ ਕਦੀ ਪੋਇਮ ਕੀਤੀ ਸੀ 295 ਜਾਂ 259 ਜਿਹੜੀ ਹੈਗੀ ਉਹਦੇ 'ਚ 295 ਉਹਦੇ ਵਿੱਚ ਵੀ ਇਸ ਤਰ੍ਹਾਂ ਦਾ ਕੋਈ ਇੰਡੀਕੇਸ਼ਨ ਉਹਦੇ ਦਿੱਤੇ ਸੀ ਔਰ ਗੱਲ ਜਿਹੜੀ ਉਹਦੇ ਸ਼ੁਰੂ ਹੋਈ ਸੀ ਮੈਂ ਸਮਝਣਾ ਹੈਗਾ ਕਿ ਜੇ ਜਦੋਂ ਮਿੱਧੂ ਖੇੜੇ ਦਾ ਮਰਡਰ ਹੋਇਆ ਹੈਗਾ ਐਲੇਜ ਕੀਤਾ ਇਹਨਾਂ ਨੇ ਬਿਸ਼ਨੋਈ ਗੈਂਗ ਨੇ ਕਿ ਉਹਦੇ 'ਚ ਰੋਲ ਸੀ ਮਿੱਧੂ ਦੇ ਮੂਸੇਵਾਲੇ ਦੇ ਮੈਨੇਜਰ ਦਾ ਜਿਹੜਾ ਕਿ ਬਾਅਦ ਦੇ ਵਿੱਚ ਆਸਟ੍ਰੇਲੀਆ ਨੱਠ ਗਿਆ ਸੀ ਤੇ ਉਹਨੂੰ ਤਾਂ ਨਹੀਂ ਪਾ ਸਕੇ ਪਰ ਇਹ ਗੱਲ ਤਾਂ ਸਾਫ਼ ਹੈਗੀ ਹੈ ਜਿਸ ਤਰ੍ਹਾਂ ਉਹਦੇ ਸੰਗੀਤ ਤੋਂ ਪਤਾ ਲੱਗਦਾ ਉਹਦੇ ਗਾਣ ਤੋਂ ਪਤਾ ਲੱਗਦਾ ਹੈ ਕਿ ਉਹਨੂੰ ਵੀ ਲਗਾਤਾਰ ਧਮਕੀਆਂ ਤੇ ਇਸ ਤਰ੍ਹਾਂ ਦੇ ਰਹੇ ਸਨ ਔਰ ਇਸ ਗੱਲ ਤੋਂ ਜੇ ਉਹਨੂੰ ਧਮਕੀਆਂ ਮਿਲ ਰਹੀਆਂ ਸਨ ਤਾਂ ਆਮ ਸ਼ਿਓਰ ਉਹਨੇ ਕਿਸੇ ਨਾ ਕਿਸੇ ਦੇ ਨਾਲ ਚਰਚਾ ਤੇ ਕੀਤੀ ਹੋਣੀ ਗੱਲ ਕੀਤੀ ਹੋਣੀ ਹੈਗੀ ਹੈ ਵਰਨਾ ਉਹਨੂੰ ਫਿਰ ਪੰਜਾਬ ਦੇ 8-10 ਬੰਦਿਆਂ ਦੀ ਸਿਕਿਉਰਿਟੀ ਕਿਉਂ ਮਿਲ ਗਈ ਸੀ ਇਹਦਾ ਮਤਲਬ ਹੈਗਾ ਕਿ ਹੀ ਵਾਸ ਸਰਟਨਲੀ ਥ੍ਰੈਟਨਡ ਬਾय ਦ ਗੈਂਗ ਇਸੇ ਕਰਕੇ ਉਹਨੂੰ ਸੁਰੱਖਿਆ ਨਹੀਂ ਮਿਲੀ ਸੀ ਕਿ 10 ਬੰਦੇ ਸਨ ਬਾਅਦ 'ਚ ਕਹਿੰਦੇ 8 ਬੰਦੇ ਹੋ ਗਏ ਸਨ ਜਿਹੜਾ ਜਿਸ ਦਿਨ ਦਾ ਮਰਡਰ ਹੋਇਆ ਉਸ ਦਿਨ ਸਿਰਫ 2 ਹੀ ਬੰਦੇ ਸਨ ਹੀ ਵਾਸ ਯੈਸ ਔਨ ਦਾ ਹਿਟ ਲਿਸਟ ਆਫ ਦਿਸ ਪਾਰਟਿਕੂਲਰ ਗੈਂਗ ਜਿਹੜਾ ਕਿ ਮੈਂ ਸਮਝਦਾ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਪੰਜਾਬ ਦਾ ਸਾਰਿਆਂ ਤੋਂ ਜ਼ਿਆਦਾ ਨੋਟੋਰੀਅਸ ਗੈਂਗ ਹੋਏਗਾ ਐਂਡ ਇਤਨੀ ਇਤਲਾ ਹੋਣ ਦੇ ਬਾਵਜੂਦ ਵੀ ਕਿਵੇਂ ਹੋਇਆ ਐਂਡ ਸਿਰਫ ਇਸ ਲਈ ਕਿ ਉਹਦੇ ਮੈਨੇਜਰ ਨੇ ਕੀਤਾ ਸੀ ਉਹਦੇ ਬਾਅਦ ਪੂਰੀ ਗੱਲ ਕਹਾਣੀ ਕੀ ਹੈਗੀ ਇਹ ਤੇ ਮੈਂ ਸਮਝਦਾ ਜਦੋਂ ਇਨਵੈਸਟੀਗੇਸ਼ਨ ਪੂਰਾ ਮੂਹਰੇ ਆਏਗਾ ਅਜੇ ਤਾਂ ਅਸੀਂ ਕੰਜੈਕਚਰਸ ਦੇ ਏਰੀਆ ਦੇ ਵਿੱਚ ਹੈਗੇ ਕਿ ਹਾਂ ਇਹ ਹੋਇਆ ਹੋਣਾ ਤੇ ਇਹ ਹੋਇਆ ਹੋਣਾ ਹੈਗਾ ਪੂਰੀ ਕਹਾਣੀ ਜਿਹੜੀ ਹੈਗੀ ਅਸਲੀ ਉਹ ਤਾਂ ਸ਼ਾਇਦ ਜਦੋਂ ਪੂਰੀ ਪੰਜਾਬ ਪੁਲਿਸ ਇਹਦੇ 'ਚ ਕੋਈ ਪ੍ਰੈਸ ਕਾਨਫਰੰਸ ਕਰਕੇ ਦੱਸੇਗੀ ਤਾਂ ਹੀ ਪਤਾ ਲੱਗੇਗਾ ਕਿ ਕਹਾਣੀ ਬਣੀ ਕੀ ਹੋਇਆ ਕੀ ਸੀ ਕਿਵੇਂ ਕੀ ਸੀ ਸਰ ਤੁਸੀਂ ਹੁਣੇ ਗੱਲ ਕੀਤੀ ਕਿ ਜਦੋਂ ਪਹਿਲਾਂ ਦੀ ਗੱਲ ਕੀਤੀ ਜਾਏ ਜਦੋਂ ਤੁਸੀਂ ਆਪ ਨੌਕਰੀ ਦੇ ਵਿੱਚ ਹੈ ਸੀ ਉਦੋਂ ਵੀ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਜ਼ਿੰਮੇਵਾਰੀਆਂ ਲਈਆਂ ਜਾਂਦੀਆਂ ਸੀ ਮੈਂ ਜਾਣਨਾ ਚਾਹਾਂਗੀ ਕਿ ਜੇਲ੍ਹਾਂ ਦੇ ਵਿੱਚ ਫੋਨ ਆਉਂਦੇ ਕਿੱਥੋਂ ਹੈ ਕਿਉਂਕਿ ਹਮੇਸ਼ਾ ਸਰਕਾਰ ਦੇ ਵੱਲੋਂ ਕੋਈ ਸਰਕਾਰ ਹੋਵੇ ਦਾਅਵਾ ਕੀਤਾ ਜਾਂਦਾ ਹੈ ਕਿ ਜੇਲ੍ਹਾਂ ਦੇ ਵਿੱਚ ਅਜਿਹੀਆਂ ਚੀਜ਼ਾਂ ਨੇ ਜਿਹੜੀਆਂ ਨਹੀਂ ਜਾਂਦੀਆਂ ਸਮੇਂ-ਸਮੇਂ ਤੇ ਛਾਪੇਮਾਰੀ ਵੀ ਹੁੰਦੀ ਹੈ ਉਸ ਤੋਂ ਬਾਵਜੂਦ ਅੰਦਰੋਂ ਸੋਸ਼ਲ ਮੀਡੀਆ ਹੈਂਡਲ ਹੁੰਦੇ ਨੇ ਉਹਨਾਂ ਦੀਆਂ ਫੋਟੋਆਂ ਜਿਹੜੀਆਂ ਨੇ ਉਹ ਅਪਲੋਡ ਹੁੰਦੀਆਂ ਹੋਰ ਤਾਂ ਹੋਰ ਆ ਜਿਹੜੀ ਧਮਕੀਆਂ ਵਾਲੇ ਸਟੇਟਸ ਨੇ ਜਾਂ ਜ਼ਿੰਮੇਵਾਰੀ ਵਾਲੇ ਸਟੇਟਸ ਨੇ ਇਹ ਵੀ ਅੰਦਰੋਂ ਅਪਲੋਡ ਹੁੰਦੇ ਨੇ ਯੈਸ ਜਿਹੜਾ ਅਸੀਂ ਗੱਲ ਕਰ ਰਹੇ ਸੀ ਜਿਹੜਾ ਮਰਡਰ ਇੱਥੇ ਹੋਇਆ ਹੈਗਾ ਰੌਕੀ ਦਾ ਪਰਵਾਨੂ ਦੇ ਵਿੱਚ ਹੋਇਆ ਸੀ ਉਹਦੇ ਵਿੱਚ ਕੁਝ ਗੈਂਗਸ ਜਿਹੜੇ ਸਨ ਇਸ ਤਰ੍ਹਾਂ ਦੇ ਬੰਦੇ ਜਿਹੜੇ ਸਨ ਅਪਰਾਧਿਕ ਜਿਹੜੇ ਕਿ ਜੇਲ੍ਹਾਂ 'ਚ ਬੈਠੇ ਸਨ ਉਹਨਾਂ ਨੇ ਸੋਸ਼ਲ ਮੀਡੀਆ ਤੇ ਆਪਣੀ ਖੁਸ਼ੀ ਜ਼ਾਹਿਰ ਕੀਤੀ ਸੀ ਇਟ ਵਾਸ ਦੇਅਰ ਔਰ ਜੇ ਕੋਈ ਕਹਿੰਦਾ ਹੈਗਾ ਕਿ ਅੰਦਰ ਕੁਝ ਨਹੀਂ ਹੋ ਰਿਹਾ ਹੈਗਾ ਤਾਂ ਮੈਂ ਤਾਂ ਇਹਦੇ 'ਚ ਨਾ ਯਕੀਨ ਕਰਨਾ ਨਾ ਹੀ ਕੋਈ ਹੋਰ ਯਕੀਨ ਕਰੇਗਾ ਇਹ ਗੱਲ ਜਿਹੜੀ ਹੈਗੀ ਇਹ ਤਾਂ ਗੱਲ ਪੂਰੀ ਜਗ ਜ਼ਾਹਿਰ ਹੈਗੀ ਕਿ ਅੰਦਰ ਜੇਲ੍ਹਾਂ 'ਚ ਕੀ ਹੋ ਰਿਹਾ ਹੈ ਉੱਥੇ ਤੇ ਜਿਸ ਤਰ੍ਹਾਂ ਰਾਜ ਸਮਰਾਜ ਉੱਥੇ ਦਾ ਕਾਨੂੰਨ ਹਰ ਚੀਜ਼ ਜਿਹੜੀ ਹੈਗੀ ਟੋਟਲੀ ਉੱਤੇ ਵਾਕਈ ਜਾਪਦੀ ਹੈਗੀ ਹੈ ਔਰ ਜੇਲ੍ਹਾਂ ਦੇ ਵਿੱਚ ਜੇ ਕੋਈ ਚੀਜ਼ ਜਾ ਰਹੀ ਹੈ ਚਾਹੇ ਡਰੱਗ ਜਾ ਰਹੀ ਹੈ ਚਾਹੇ ਫੋਨ ਜਾ ਰਹੀ ਹੈਗੀ ਹੈ ਜਾਂ ਕੋਈ ਹੋਰ ਚੀਜ਼ ਜਾ ਰਹੀ ਹੈਗੀ ਹੈ ਆਈ ਡੋਂਟ ਨੋ ਲੈਪਟਾਪ ਤਾਂ ਫੜਿਆ ਗਿਆ ਨਹੀਂ ਗਿਆ ਹੈਗਾ ਅੱਜ ਤੱਕ ਪਰ ਹੋ ਸਕਦਾ ਹੈ ਵੀ ਜਾਂਦਾ ਹੋਵੇ ਰੱਬ ਜਾਣੇ ਕਿਹਨੂੰ ਪਤਾ ਸਮਾਨ ਤੇ ਪਤਾ ਲੱਗੇਗਾ ਇਹ ਬਗੈਰ ਕਨਾਈਵੰਸ ਦੇ ਤਾਂ ਜਾ ਹੀ ਨਹੀਂ ਸਕਦਾ ਹੈਗਾ
ਔਰ ਕਨਾਈਵੈਂਸ ਵੀ ਕਿਹਦੀ ਹੁੰਦੀ ਹੈ ਨੈਚੁਰਲੀ ਜਿਹੜੇ ਕੋਈ ਜੇਲ੍ਹ ਦੇ ਕੋਈ ਕਰਮਚਾਰੀ ਇਸ ਤਰ੍ਹਾਂ ਦੇ ਹੋਣਗੇ ਉਹਨਾਂ ਦੀ ਕਨਾਈਵੈਂਸ ਹੋਏਗੀ ਔਰ ਨਾਲ ਹੀ ਕਨਾਈਵੈਂਸ ਹੋਏਗੀ ਕਿ ਇਹ ਜਿਹੜੇ ਇਸ ਤਰ੍ਹਾਂ ਦੇ ਜੇਲ੍ਹ ਦੇ ਜਿਹੜੇ ਮੁਲਾਜ਼ਮ ਹੈਗੇ ਨੇ ਜਿਹਦੀ ਕਨਾਈਵ ਕਰਦੇ ਹੈਗੇ ਨੇ ਉਹਨਾਂ ਨੂੰ ਕਿਹਦੀ ਪੈਟਰਨੇਜ ਪ੍ਰਾਪਤ ਹੈਗੀ ਹੈ। ਇਹ ਤੁਹਾਨੂੰ ਪਤਾ ਹੈਗਾ ਅਨਫੋਰਚੂਨੇਟਲੀ ਜੇਲ੍ਹਾਂ 'ਚ ਇਹ ਸਿਸਟਮ ਇਹ ਹੋ ਗਿਆ ਹੈਗਾ ਕਿ ਜਿਸ ਬੰਦੇ ਦੀ ਕਈ ਵਾਰੀ ਜਿੱਥੇ ਭਰਤੀ ਹੋਈ ਬੰਦੇ ਦੀ ਆਮ ਤੌਰ 'ਤੇ ਨੌਕਰੀ ਹੁੰਦੀ ਹੈ 30-32 ਵਰੇ 33 ਵਰੇ 34 ਵਰੇ ਸਾਰੀ ਜ਼ਿੰਦਗੀ ਉੱਥੇ ਰਿਹਾ ਉੱਥੋਂ ਹੀ ਰਿਟਾਇਰ ਹੋ ਗਿਆ। ਜਿੱਥੇ ਵੀ ਕਿਸੇ ਵੀ ਬੰਦੇ ਦੀ ਇੰਨੀ ਲੰਬੀ ਡਿਊਰੇਸ਼ਨ ਹੋ ਜਾਂਦੀ ਹੈਗੀ ਹੈ ਤਾਂ ਨੈਚੁਰਲੀ ਉਹਦੇ ਆਪਣੇ ਲਿੰਕਸ ਤੇ ਬਣੀ ਜਾਂਦੇ ਹੈਗੇ ਨੇ ਉਹਦੇ ਆਪਣੇ ਸੈਲਫਿਸ਼ ਪੁਆਇੰਟਸ ਬਣ ਜਾਂਦੇ ਹੈਗੇ ਨੇ ਉਹਦੇ ਕਿਸ ਉਹਨੂੰ ਜਿਹੜਾ ਸੂਟ ਕਰਦਾ ਹੈ ਕੋਈ ਨਾ ਕੋਈ ਕਾਰਨ ਹੋਏਗਾ। तो ये चीज़ जारी सी बगैर कनाइवेंस तो कोई बंदा सरकारी कर्मचारी ਦੀ ਜ਼ਰੂਰਤ ਨਹੀਂ ਹੋ ਸਕਦੀ ਹੈਗੀ ਹੈ ਜੇ ਉਹਨੂੰ ਡਰ ਹੈਗਾ ਹੈ ਸਰਕਾਰ ਦਾ। ਮੈਂ ਤੁਹਾਨੂੰ ਦੱਸਣ ਤੋਂ ਮੈਨੂੰ ਕੋਈ ਗੁਰੇਜ਼ ਨਹੀਂ ਹੈਗਾ ਕਿ ਜਿਸ ਤਰ੍ਹਾਂ ਘਟਨਾਵਾਂ ਮੈਂ ਵੇਖੀਆਂ ਸਨ ਉਸ ਵੇਲੇ ਜਦੋਂ ਮੈਂ ਇੰਚਾਰਜ ਸੀ ਕਈ ਵਾਰੀ ਸਿਫਾਰਿਸ਼ਾਂ ਆਉਂਦੀ ਸੀ ਜੀ ਸਾਡਾ ਬੰਦਾ ਆ ਰਿਹਾ ਹੈਗਾ ਜੇਲਰ ਨੂੰ ਕਹਿ ਦਿਓ ਕਿ ਦਾ ਪੂਰੀ ਧਿਆਨ ਰੱਖੇ ਉਹਦਾ ਉਹਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਹੈਗੀ ਹੈ। ਔਰ ਪ੍ਰੋਬਲਮ ਕੀ ਤੁਸੀਂ ਜੇਲ੍ਹਾਂ ਦੇ ਵਿੱਚ ਹਾਲਾਤ ਇਹ ਹੈਗੇ ਨੇ ਕਿ ਜਿਹੜਾ ਵੀ ਤੁਸੀਂ ਜਾਂਦੇ ਹੈਗੇ ਹੋ ਯੂ ਕੈਨ ਐਵਰੀਥਿੰਗ ਇਜ਼ ਅਵੇਲੇਬਲ। ਜੇ ਜੇਲ੍ਹ ਦੇ ਅੰਦਰ ਜਾ ਸਕਦੀ ਹੈ ਜੇਲ੍ਹ ਦੇ ਵਿੱਚ ਲੈ ਲਓ ਜੇਲ੍ਹ ਦੇ ਵਿੱਚ ਨਹੀਂ ਜਾ ਸਕਦੀ ਹੈ ਜੇਲ੍ਹ ਦਾ ਹਸਪੀਟਲ ਹੈਗਾ ਉਹਦੇ ਜਿਹਨੂੰ ਭਰਤੀ ਕਰਾ ਦਿਓ ਬੰਦੇ ਨੂੰ ਉਹ ਜ਼ਿਲ੍ਹੇ ਦਾ ਕਿਸੇ ਹਸਪਤਾਲ ਦੇ ਵਿੱਚ ਚਲਾ ਜਾਏਗਾ ਸਰਕਾਰੀ ਜਾਂ ਪ੍ਰਾਈਵੇਟ ਜਿਹੜੇ ਵੀ ਜਗ੍ਹਾ ਹੈ ਉੱਥੇ ਜਾ ਕਰਕੇ ਜਿੱਥੇ ਜਾਣਾ ਹੈਗਾ ਜੋ ਕਰਨਾ 2 ਦਿਨ ਬਾਅਦ ਘੁਮਾ ਕੇ ਆ ਕੇ ਫਿਰ ਉੱਥੇ ਪੈ ਗਿਆ ਉੱਥੇ ਫਿਰ ਵਾਪਸ ਆ ਗਿਆ। ਯੈਸ ਇਟਸ ਬੇਸਿਕਲੀ ਕਨਾਈਵੈਂਸ ਔਰ ਕੋਈ ਵੀ ਕਨਾਈਵੈਂਸ ਜਿਹੜੀ ਹੈਗੀ ਹੈ ਉਸ ਵੇਲੇ ਤੱਕ ਮੇਰਾ ਫਰਮ ਬਿਲੀਵ ਹੈਗੀ ਹੈ ਨਹੀਂ ਚੱਲ ਸਕਦੀ ਹੈਗੀ ਹੈ ਨਹੀਂ ਸਫਲ ਹੋ ਸਕਦੀ ਹੈ ਜਦੋਂ ਤੱਕ ਕੋਈ ਹੋਰ ਵੱਡੀ ਕਿਸੇ ਹਸਤੀ ਦਾ ਕਿਸੇ ਪੋਲੀਟੀਕਲ ਪੈਟਰਨੇਜ ਨਾ ਹਾਸਲ ਹੋਵੇ। ਸਰ ਹਾਲ ਹੀ ਦੇ ਵਿੱਚ ਦੇਖਿਆ ਗਿਆ ਕਿ ਜਿਸ ਤਰ੍ਹਾਂ ਨਾਲ ਦਿੱਲੀ ਤੋਂ ਰਿਮਾਂਡ ਲਾਰੈਂਸ ਬਿਸ਼ਨੋਈ ਦੀ ਇੱਥੇ ਲਈ ਗਈ ਤੇ ਉਸ ਨੂੰ ਲੈ ਕੇ ਇੱਕ ਬਹੁਤ ਵੱਡਾ ਕਾਫਲਾ ਤਿਆਰ ਕੀਤਾ ਗਿਆ ਰਾਤੋਂ ਰਾਤ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਲੈ ਕੇ ਆਉਣ ਦੀ ਰਿਮਾਂਡ ਜਿਹੜੀ ਹਾਸਲ ਹੋਈ ਤੇ ਇੱਥੇ ਆਏ ਬਹੁਤ ਵੱਡਾ ਕਾਫਲਾ ਪੁਲਿਸ ਦਾ ਰਿਹਾ ਉਹਨਾਂ ਪਿੱਛੇ ਮੀਡੀਆ ਦਾ ਵੀ ਉਨਾ ਹੀ ਵੱਡਾ ਕਾਫਲਾ ਰਿਹਾ ਤੇ ਉੱਥੇ ਹੀ ਲਾਰੈਂਸ ਬਿਸ਼ਨੋਈ ਦੇ ਘਰ ਦੇ ਵੱਲੋਂ ਵੀ ਇਹ ਅਪੀਲ ਪਾਈ ਗਈ ਕਿ ਸਾਨੂੰ ਬੁਲੇਟ ਪ੍ਰੂਫ ਜੈਕਟ ਜਾਂ ਬੁਲੇਟ ਪ੍ਰੂਫ ਗੱਡੀ ਦਿੱਤੀ ਜਾਏ। ਹੋਰ ਵੀ ਕਈ ਗੈਂਗਸਟਰ ਨੇ ਜਿਹੜੀ ਇਹ ਪਟੀਸ਼ਨ ਉੱਥੇ ਪਵਾਈ ਸੀ। ਤੁਸੀਂ ਕਿਵੇਂ ਦੇਖਦੇ ਹੋ ਕਿ ਸੱਚ ਦੇ ਵਿੱਚ ਜਿਹੜੇ ਆਹ ਐਨਕਾਊਂਟਰ ਦਿਖਾਏ ਜਾਂਦੇ ਨੇ ਕਿ ਉਹ ਇੱਦਾਂ ਪਲਾਂਟ ਹੁੰਦੇ ਨੇ ਜਾਂ ਫਿਰ ਇਹਨਾਂ ਨੂੰ ਡਰ ਹੁੰਦਾ ਕਿ ਸੱਚੀ ਅਸੀਂ ਇੰਨੇ ਜਿਹੜੇ ਖਤਰਨਾਕ ਗੁਨਾਹ ਕੀਤੇ ਨੇ ਕਿ ਸਾਡਾ ਐਨਕਾਊਂਟਰ ਹੋ ਸਕਦਾ? ਦੇਖੋ ਪਹਿਲੀ ਗੱਲ ਤੇ ਮੈਂ ਕਹਾਂਗਾ ਸ਼ਾਇਦ ਮੇਰੀ ਗੱਲ ਲੋਕਾਂ ਨੂੰ ਪਸੰਦ ਨਾ ਆਏ ਜਦੋਂ ਕੋਈ ਇਸ ਤਰ੍ਹਾਂ ਦਾ ਬੰਦਾ ਹੈਗਾ ਹੈ ਕੋਈ ਡੈਡਿਡ ਟੈਰਰਿਸਟ ਹੈਗਾ ਹੈ ਕੋਈ ਗੈਂਗਸਟਰ ਹੈਗਾ ਹੈ ਜੋ ਕਹਿੰਦਾ ਹੈਗਾ ਕਿ ਮੈਨੂੰ ਡਰ ਹੈਗਾ ਮੈਨੂੰ ਨਾ ਮਾਰ ਦਿੱਤਾ ਜਾਏ ਇਹਦਾ ਮਤਲਬ ਹੈ ਕਿ ਕਦੇ ਨਾ ਕਦੇ ਕਿਸ ਤਰੀਕੇ ਨਾਲ ਉਹਦੇ ਵਿਚਕਾਰ ਵੀ ਰੱਬ ਦਾ ਡਰ ਤੇ ਆ ਗਿਆ ਕਿ ਜਿਹੜਾ ਕੰਮ ਉਹਨੇ ਲੋਕਾਂ ਦੇ ਕੀਤਾ ਸੀ ਨਿਰਦੋਸ਼ ਬੰਦਿਆਂ ਦੀ ਉਹਨੇ ਜਦੋਂ ਹੱਤਿਆ ਕੀਤੀ ਸੀ ਉਸ ਵੇਲੇ ਜਦੋਂ ਉਹਦੇ ਦਿਮਾਗ 'ਚ ਵਿੱਚ ਕੋਈ ਦਇਆ ਦੀ ਗੱਲ ਨਹੀਂ ਆਈ ਸੀ ਤੇ ਹੁਣ ਉਹਨੂੰ ਜਾਪਦਾ ਹੈਗਾ ਕਿ ਉਹਨੂੰ ਆਪਣੀ ਜਾਨ ਜ਼ਿਆਦਾ ਪਿਆਰੀ ਹੈ। ਸ਼ਾਇਦ ਇਸ ਰੱਬ ਦਾ ਇੱਕ ਤਰੀਕਾ ਹੈਗਾ ਕਿ ਉਹਦੇ ਵਿਚਕਾਰ ਵੀ ਇੱਕ ਇਹ ਡਰ ਪੈਦਾ ਕਰਨਾ ਕਿ ਹਾਂ ਤੂੰ ਹੀ ਸਭ ਕੁਝ ਨਹੀਂ ਹੈਗਾ ਤੈਨੂੰ ਵੀ ਕਿਸੇ ਦਾ ਡਰ ਹੈਗਾ। ਨੰਬਰ 1 ਨੰਬਰ 2 ਯੈਸ ਗੈਂਗ ਵਾਰਸ ਜਿਹੜੀ ਹੈਗੀਆਂ ਨੇ ਮੈਂ ਅੱਜ ਦੇ ਜ਼ਮਾਨੇ ਦੇ ਗੈਂਗ ਵਾਰਸ ਦੀ ਗੱਲ ਕਰ ਰਿਹਾ ਪੁਰਾਣੇ ਜ਼ਮਾਨੇ ਦੀ ਨਹੀਂ ਕਰ ਰਿਹਾ ਜਦੋਂ ਆਰਗੇਨਾਈਜ਼ਡ ਕ੍ਰਾਈਮ ਦੀ ਅਸੀਂ ਗੱਲ ਕਰਦੇ ਹੈਗੇ ਹਾਂ। ਯੈਸ ਇੱਕ ਦੂਜੇ ਦੇ ਉੱਤੇ ਅਟੈਕ ਹੁੰਦੇ ਰਹਿੰਦੇ ਹੈਗੇ ਨੇ। ਕਿਉਂ ਹੁੰਦੇ ਰਹਿੰਦੇ ਹੈਗੇ ਨੇ ਕਿ ਜਿੰਨੇ ਵੀ ਗੈਂਗਸ ਹੈਗੇ ਨੇ ਉਹਨਾਂ ਦੀ ਇੱਕੋ ਹੀ ਇੱਛਾ ਹੁੰਦੀ ਹੈਗੀ ਹੈ ਮੇਨ ਕਿ ਕਿਸ ਤਰੀਕੇ ਦੇ ਨਾਲ ਉਹ ਸਾਰਿਆਂ ਤੋਂ ਵੱਡਾ ਗੈਂਗਸਟਰ ਬਣ ਜਾਏ ਸਾਰਿਆਂ ਤੋਂ ਵੱਡਾ ਗੈਂਗ ਲੀਡਰ ਬਣ ਜਾਏ ਜਿਹਦਾ ਡਰ ਜਿਹੜਾ ਹੈਗਾ ਬਾਕੀ ਜਿਹੜੇ ਗੈਂਗਸ ਹੈਗੇ ਨੇ ਜਿਸ ਤਰ੍ਹਾਂ ਉਹਨਾਂ ਦੇ ਗੁਲਾਮ ਬਣ ਜਾਣ ਉਹਨਾਂ ਦੇ ਮੋਹਰੇ ਬਣ ਜਾਣ ਤੇ ਇਹ ਜਿਹੜੀ ਹੁੰਦੀ ਹੈਗੀ ਹੈ ਕਿ ਹਾਂ ਜੀ ਸਾਰਿਆਂ ਤੋਂ ਵੱਡਾ ਗੈਂਗਸਟਰ ਕੌਣ ਇਸ ਕਰਕੇ ਇਹਨਾਂ ਦੀ ਗੈਂਗ ਵਾਰਸ ਹੁੰਦੀ ਹੈਗੀਆਂ ਨੇ। ਤਾਂ ਉਹਨੇ ਜਦੋਂ ਕਿਹਾ ਕਿ ਹਾਂ ਉਹਨੂੰ ਬੁਲੇਟ ਪ੍ਰੂਫ ਗੱਡੀ ਚਾਹੀਦੀ ਇੱਕ ਕਾਰਨ ਇਹ ਵੀ ਹੋ ਸਕਦਾ। ਦੂਜੀ ਚੀਜ਼ ਉਹਦੇ ਜਿਹੜਾ ਉਹਨੂੰ ਡਰ ਸੀ ਕਿ ਹਾਂ ਉਹਨੂੰ ਪੁਲਿਸ ਦਾ ਐਨਕਾਊਂਟਰ ਹੋ ਜਾਏਗਾ। ਅਬ ਹੁਣ ਤੇ ਉਹ ਜ਼ਮਾਨਾ ਨਹੀਂ ਰਹਿ ਗਿਆ ਪਹਿਲੇ ਜ਼ਰੂਰ ਐਨਕਾਊਂਟਰਸ ਹੋਏ ਹੈਗੇ ਨੇ ਜਦੋਂ ਸਾਡੇ ਤੇ ਮਿਲੀਟੈਂਸੀ ਸੀ ਅਨਫੋਰਚੂਨੇਟਲੀ ਮੈਂ ਕਹਾਂਗਾ ਕਾਫੀ ਸਾਰੇ ਫੇਕ ਐਨਕਾਊਂਟਰਸ ਵੀ ਉਸ ਵੇਲੇ ਹੋਏ ਸਨ ਜੈਨੂਇਨ ਵੀ ਸਨ ਤੇ ਫੇਕ ਵੀ ਸਨ ਪਰ ਇਸ ਕੇਸ ਦੇ ਵਿੱਚ ਉਹਨੂੰ ਪੁਲਿਸ ਦੇ ਐਨਕਾਊਂਟਰ ਦਾ ਡਰ ਨਹੀਂ ਹੋਣਾ ਸੀ। ਕਾਰਨ ਜਦੋਂ ਟ੍ਰਾਂਜ਼ਿਟ ਵਾਰੰਟ ਉਹਨੂੰ ਕੋਰਟ ਵੱਲੋਂ ਮਿਲਿਆ ਹੈਗਾ ਉਹਦੇ ਪਹਿਲੇ ਉਹਦਾ ਮੈਡੀਕਲ ਐਗਜ਼ਾਮੀਨੇਸ਼ਨ ਹੋਇਆ ਉਹਦਾ ਟ੍ਰਾਂਜ਼ਿਟ ਵਾਰੰਟ ਜਿਹੜਾ ਹੈਗਾ ਉਹ ਸਿਰਫ 24 ਘੰਟੇ ਦਾ ਸੀ। 24 ਘੰਟੇ 'ਚ ਇੱਥੇ ਲਿਆਉਣਾ ਹੈਗਾ ਇੱਥੇ ਲਿਆ ਕੇ ਮੈਜਿਸਟ੍ਰੇਟ ਦੇ ਮੂਹਰੇ ਪੇਸ਼ ਕਰਨਾ ਹੈਗਾ ਔਰ ਫਿਰ ਜਾ ਕਰਕੇ ਉਹਦਾ ਮੈਡੀਕਲ ਵੀ ਕਰਾਉਣਾ ਹੈਗਾ। ਦੈਟ ਮੀਨਸ ਕਿ ਉਹਦਾ ਟ੍ਰਾਂਜ਼ਿਟ ਜਿਹੜਾ ਹੋ ਰਿਹਾ ਸੀ ਉਹਦਾ ਜਿਹੜਾ ਇੱਥੇ ਆਉਣ ਦੀ ਗੱਲ ਸੀ ਉਹ ਪੂਰੀ ਜਿਹੜੀ ਹੈਗੀ ਕੋਰਟ ਉਹਨੂੰ ਲਗਾਤਾਰ ਮੋਨੀਟਰ ਕਰ ਰਿਹਾ ਸੀ। ਤੇ ਇਹ ਕਹਿਣਾ ਜੀ ਹਾਂ ਜੀ ਉਸ ਵੇਲੇ ਮੇਰਾ ਐਨਕਾਊਂਟਰ ਹੋ ਸਕਦਾ ਹੈਗਾ ਜਾਂ ਪੁਲਿਸ ਮਾਰ ਦੇਗੀ ਓਕੇ ਉਹਦੇ ਮਨ ਦੇ ਵਿੱਚ ਡਰ ਹੈਗਾ ਤਾਂ ਮੈਂ ਇਹ ਕਹਾਂਗਾ ਕਿ ਚਲੋ ਇੱਕ ਵਾਰੀ ਰੱਬ ਦਾ ਡਰ ਦੇ ਮਨ ਦੇ ਵਿੱਚ ਬਹਿ ਗਿਆ ਸੀ।
ਸਰ ਤੁਸੀਂ ਆਪ ਡਰੱਗਸ ਦੇ ਲਈ ਇੱਕ ਬਹੁਤ ਵੱਡੀ ਲੜਾਈ ਹੈ ਜਿਹੜੀ ਪਿਛਲੇ ਕਾਫੀ ਸਮੇਂ ਤੋਂ ਲੜ ਰਹੇ ਹੋ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਅਜਿਹੀਆਂ ਨੇ ਜੋ ਪੰਜਾਬ ਦੀਆਂ ਨਹੀਂ ਸੀ ਪਰ ਫਿਰ ਵੀ ਇੱਥੇ ਪਹੁੰਚਦੀਆਂ ਨੇ। ਮੈਂ ਗੱਲ ਕਰ ਰਹੀ ਹਾਂ ਇਹਨਾਂ ਡਰੱਗਸ ਦੀ ਜੋ ਡਰੋਨ ਰਾਹੀਂ ਹੁਣ ਇੱਥੇ ਆ ਰਹੇ ਨੇ, ਜਾਂ ਫਿਰ ਮੈਂ ਗੱਲ ਕਰਾਂ ਉਹਨਾਂ ਹਥਿਆਰਾਂ ਦੀ ਜੋ ਪੰਜਾਬ ਦੇ ਵਿੱਚ ਫੜੇ ਗਏ। ਉਹ ਚਾਹੇ ਉਹ ਹਥਿਆਰ ਸੀਗੇ ਜਿਹੜੇ ਸਿੱਧੂ ਮੂਸੇਵਾਲਾ ਦੇ ਕਤਲ ਦੇ ਵਿੱਚ ਇਸਤੇਮਾਲ ਹੋਏ ਸੀ, ਜਾਂ ਫਿਰ ਮੈਂ ਉਸ ਰੋਕਟ ਲਾਂਚਰ ਦੀ ਗੱਲ ਕਰ ਲਵਾਂ ਜਿਹਦਾ ਵਿਸਫੋਟ ਹੈ ਜਿਹੜਾ ਉਹ ਇੰਟੈਲੀਜੈਂਸ ਦਫ਼ਤਰ ਪੰਜਾਬ ਦੇ ਵਿੱਚ ਇੱਥੇ ਮੋਹਾਲੀ ਵਿਖੇ ਹੋਇਆ ਸੀਗਾ। ਇਹ ਜਿਹੜੇ ਹਥਿਆਰ ਨੇ, ਇਹ ਜਿਹੜੇ ਡਰੱਗਸ ਨੇ, ਉਹ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਪਹੁੰਚਦੇ ਆ ਤੇ ਸਭ ਤੋਂ ਵੱਡਾ ਜ਼ਿੰਮੇਵਾਰ ਹੈ ਜਿਹੜਾ ਇਸ ਦਾ ਕੌਣ ਹੈ? ਦੇਖੋ ਜੀ, ਡਰੱਗਸ ਹੈਗੀਆਂ ਨੇ ਚਾਹੇ ਹਥਿਆਰ ਹੈਗੇ ਨੇ, ਜਦੋਂ ਇੱਥੇ ਆਈ ਹੈਗੀਆਂ ਨੇ ਤਾਂ ਸਾਫ਼ ਹੈਗਾ ਹੈ ਕਿ ਉੱਤੋਂ ਅਸਮਾਨ ਤੋਂ ਤਾਂ ਟਪਕੀਆਂ ਨਹੀਂ, ਕਿੱਥੋਂ ਆਈਆਂ ਹੈ ਨਹੀਂ। ਚਾਹੇ ਉਹ ਡਰੋਨ ਦੇ ਰਾਹੀਂ ਆਈ ਹੋਈ, ਠੀਕ ਹੈ। ਜਦੋਂ ਤੱਕ ਡਰੋਨਸ ਦੀ ਗੱਲ ਕਰਦੇ ਹੈਗੇ, ਇਹ ਵੀ ਗੱਲ ਮੈਂ ਮੰਨਾਂਗਾ ਕਿ BSF ਦਾ ਇਲਾਕਾ ਜ਼ਰੂਰ 50 ਕਿਲੋਮੀਟਰ ਦਾ ਹੋ ਗਿਆ, ਪਰ ਜਿਹੜੇ ਉਹਨਾਂ ਦੇ ਕੋਲ ਇੱਕ ਟੈਕਨੋਲੋਜੀਕਲ ਜਿਹੜਾ ਇੱਕ ਸੁਵਿਧਾ ਹੋਣੀ ਚਾਹੀਦੀ ਸੀ ਟੂ ਮੋਨੀਟਰ ਮੂਵਮੈਂਟ ਆਫ ਥੀਸ ਡਰੋਨਸ, ਤੇ ਉਹਨਾਂ ਨੂੰ ਗ੍ਰਾਂ ਦਾ ਜਿਹੜਾ ਹੈਗਾ ਇਕਵਿਪਮੈਂਟ ਹੁੰਦਾ ਹੈਗਾ ਉਹ ਅਜੇ ਤੱਕ ਸ਼ਾਇਦ ਪੂਰੇ ਤਰੀਕੇ ਨਾਲ BSF ਦੇ ਕੋਲ ਨਹੀਂ ਪੁੱਜਿਆ ਹੈ। ਇਹ ਤੇ ਗੱਲ ਹੋ ਗਈ ਡਰੋਨਸ ਦੀ। ਦੂਜਾ ਤਰੀਕਾ ਜਿਹੜਾ ਆਂਦਾ ਹੈਗਾ, ਲਗਾਤਾਰ ਖਬਰਾਂ ਆ ਰਹੀਆਂ ਸਨ, ਰਾਊਟ ਜਿਹੜਾ ਹੈਗਾ ਨੇਪਾਲ ਤੋਂ, ਉਹ ਦੈਟ ਇਜ਼ ਆਲਮੋਸਟ ਓਪਨ। ਸਾਡਾ ਜੰਮੂ ਕਸ਼ਮੀਰ ਹੈਗਾ, ਉਹਦੇ 'ਚ ਪਾਕਿਸਤਾਨ ਜਿਹੜਾ ਹੈਗਾ ਲਗਾਤਾਰ ਟਰਬਲ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਿਹਾ। ਲੇਟੈਸਟ ਤੋਂ ਲੇਟੈਸਟ ਜਿਹੜੇ ਵੇਪਨਸ ਹੈਗੇ ਨੇ ਉੱਥੇ ਸੱਟਣ ਦੀ ਕੋਸ਼ਿਸ਼ ਕਰ ਰਿਹਾ। ਹੋ ਸਕਦਾ ਹੈ ਕਿ ਉੱਥੋਂ ਆਇਆ ਹੋਏ, ਹਾਲਾਂਕਿ ਜਿੱਥੇ ਤੱਕ ਮੈਨੂੰ ਪਤਾ ਹੈਗਾ ਜਦ ਕਿ 94 ਉੱਥੇ ਵੀ ਇਸਤੇਮਾਲ ਨਹੀਂ ਹੋਈ ਸੀ, ਇਹ ਕਿ 47 ਹੀ ਹੋਈ ਸੀ। ਔਰ ਇਸ ਕੇਸ ਦੇ ਵਿੱਚ ਵੀ ਕਨਫਿਊਜ਼ਨ ਹੈਗਾ ਕਿ 47 ਸੀ ਕਿ 94 ਸੀ। ਪਹਿਲੇ 94 ਕਹਿ ਜਾ ਰਿਹਾ ਸੀ, ਹੁਣ ਕਹਿ ਰਹੇ ਨੇ 47, ਵਟਐਵਰ ਇਟ ਇਜ਼। ਤੀਜਾ ਰਾਊਟ ਜਿਹੜਾ ਬਣਦਾ ਹੈਗਾ ਉਹ ਸੀ ਰਾਊਟ ਬਣਦਾ ਹੈ। ਤੁਹਾਨੂੰ ਪਤਾ ਹੈਗਾ ਪਿਛਲੇ ਕੁਝ ਸਮਾਂ ਦੇ ਵਿੱਚ ਸਾਡੇ ਕੁਝ ਬੰਦਰਗਾਹ ਹੈਗੇ ਨੇ, ਇੱਕ ਜਿਹੜਾ ਰਨ ਆਫ ਕੱਛ ਹੈਗਾ, ਕੱਛ ਦੇ ਵਿੱਚੋਂ ਇੱਕ ਬੋਟ ਫੜੀ ਗਈ ਸੀ ਜਿਹਦੇ ਤੋਂ ਕਾਫੀ ਸਾਰੀ ਹੈਰੋਇਨ ਬਰਾਮਦ ਹੋਈ ਸੀ। ਯੈਸ, ਦੈਟ ਇਜ਼ ਦ ਥਰਡ ਵਨ। ਇਹ ਤਿੰਨ ਤਰੀਕੇ ਹੈਗੇ ਨੇ। ਔਰ ਗੱਲ ਘੁੰਮਾ ਕੇ ਆਉਂਦੀ ਹੈਗੀ ਹੈ, ਚਾਹੇ ਡਰੋਨ ਰਾਹੀਂ ਆਏ, ਚਾਹੇ ਸੀ ਰਾਊਟ ਤੋਂ ਆਇਆ, ਚਾਹੇ ਨੇਪਾਲ ਵੱਲੋਂ ਜਾਂ ਜੰਮੂ ਕਸ਼ਮੀਰ ਕਿਸ ਪਾਸੋਂ ਲੈਂਡ ਰੋਡ ਤੋਂ ਆਇਆ। ਪੁਲਿਸ ਦੇ ਉੱਤੇ ਸਾਰਿਆਂ ਦੀ ਡਿਊਟੀ ਹੁੰਦੀ ਹੈਗੀ ਹੈ। ਇਹਦਾ ਮਤਲਬ ਹੈ ਕੋਈ ਕਿਤੇ ਘੱਟ ਪ੍ਰੋਬਲਮ ਹੈਗੀ ਹੈ, ਚੈਕਿੰਗ ਪ੍ਰੋਪਰ ਨਹੀਂ ਹੋ ਪਾ ਰਹੀ ਹੈਗੀ ਹੈ, ਜਾਂ ਕੋਈ ਇਸ ਤਰ੍ਹਾਂ ਦੀ ਵਹੀਕਲ ਦੇ ਵਿੱਚ ਆ ਰਿਹਾ ਹੈਗਾ ਜਿਹਦੇ 'ਚ ਸ਼ੱਕ ਨਹੀਂ ਹੋ ਸਕਦਾ ਹੈਗਾ। ਇੱਥੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹਾਂਗਾ ਕਿ ਐਲੀਗੇਸ਼ਨ ਜਿਹੜਾ ਇਲੈਕਸ਼ਨ ਕਮਿਸ਼ਨ ਹੈਗਾ ਉਹਦੇ ਮੂਹਰੇ ਵੀ ਲਾਇਆ ਗਿਆ ਸੀ ਪੰਜਾਬ ਦੇ ਵਿੱਚ ਕਿ ਕਿਸੇ ਇੱਕ ਇਲੈਕਸ਼ਨ ਦੇ ਦੌਰਾਨ ਜਿਹੜਾ ਸਰਕਾਰੀ ਗੱਡੀਆਂ ਜਿਹੜੀ ਹੈਗੀਆਂ ਲਾਲ ਬੱਤੀ ਵਾਲੇ, ਉਹਦੇ ਵਿੱਚ ਡਰੱਗਸ ਤੇ ਸ਼ਰਾਬ ਸੱਚੇ ਕਬ ਜਾ ਰਹੀ ਸੀ। ਤਾਂ ਜਦੋਂ ਇਹ ਗੱਲ ਮੂਹਰੇ ਆਈ ਹੈਗੀ ਹੈ, ਉਹ ਗੱਲ ਜਿਹੜੀ ਹੈਗੀ ਹੁਣ ਦਿੱਲੀ ਪੁਲਿਸ ਵੀ ਇਹਨੂੰ ਵੇਖ ਰਹੀ ਹੈਗੀ, NIA ਵੀ ਆ ਕੇ ਵੇਖ ਗਈ ਹੈ, ਪੰਜਾਬ ਪੁਲਿਸ ਵੀ ਵੇਖ ਰਹੀ ਹੈਗੀ ਹੈ। ਇਹ ਜਿਹੜਾ ਕਿਸ ਤਰੀਕੇ ਨਾਲ ਆ ਰਹੀ ਹੈ ਕਿ ਇਸ ਰਾਊਟ ਨੂੰ ਪੂਰਾ ਅਸਰਟੇਨ ਕਰਕੇ, ਨਿਸ਼ਚਿਤ ਕਰਕੇ ਇਹਨੂੰ ਕਿਸ ਤਰੀਕੇ ਨਾਲ ਬਲੌਕ ਕੀਤਾ ਜਾ ਸਕਦਾ ਹੈਗਾ, ਇਹ ਤੇ ਉਹਨਾਂ ਨੂੰ ਕਰਨਾ ਹੀ ਕਰਨਾ ਪਏਗਾ। ਅਦਰਵਾਈਜ਼ ਇਸ ਤਰ੍ਹਾਂ ਦੀ ਘਟਨਾਵਾਂ ਤੋਂ ਅਨਫੋਰਚੂਨੇਟ ਜਿਹੜੀ ਹੈਗੀਆਂ ਨੇ, ਕਿਤੇ ਇਹ ਨਾ ਹੋਏ ਕਿ ਹੁੰਦੀਆਂ ਰਹਿਣ, ਵਾਪਰਦੀਆਂ ਨੇ। ਦੇਖਿਆ ਜਾ ਰਿਹਾ ਹੈ ਕਿ ਗੈਂਗਸਟਰ ਨੇ ਜਿਹੜੇ ਉਹ ਹਮੇਸ਼ਾ ਤੋਂ ਹੀ ਪੈਦਾ ਨਹੀਂ ਹੁੰਦੇ ਪਰ ਉਹ ਬਣ ਜਾਂਦੇ ਨੇ। ਅਜਿਹੇ ਕੀ ਮੌਕੇ ਹੁੰਦੇ ਨੇ, ਜਾਂ ਤੁਹਾਡੇ ਨਾਲ ਵੀ ਕਦੀ ਇਸ ਚੀਜ਼ ਬਾਰੇ ਤੁਸੀਂ ਪੜ੍ਹਿਆ ਹੋਵੇ, ਇਸ ਚੀਜ਼ ਬਾਰੇ ਜਾਣਦੇ ਹੋਵੋ, ਕਿਉਂਕਿ ਤੁਸੀਂ ਬਹੁਤ ਸਾਰੇ ਲੋਕਾਂ ਨਾਲ ਗੱਲ ਵੀ ਕੀਤੀ ਹੋਏਗੀ, ਅੰਦਰ ਗੈਂਗਸਟਰਸ ਨਾਲ ਵੀ ਤੁਹਾਡਾ ਵਾਹ ਵਾਸਤਾ ਪਿਆ ਹੋਏਗਾ। ਕਿ ਇਹੋ ਜਿਹੀ ਕਹਾਣੀ ਬਣਦੀ ਹੈ ਜਾਂ ਕਿ ਅਜਿਹੇ ਮਸਲਾਤ ਰਹਿੰਦੇ ਨੇ ਕਿ ਇੱਕ ਗੈਂਗਸਟਰ ਹੈ ਜਿਹੜਾ ਉਹ ਇੱਕ ਨੌਜਵਾਨ ਬਣ ਜਾਂਦਾ? ਨਾ ਤੇ ਕੋਈ ਕ੍ਰਿਮੀਨਲ ਪੈਦਾ ਹੁੰਦਾ ਹੈਗਾ, ਨਾ ਹੀ ਕੋਈ ਗੈਂਗਸਟਰ ਪੈਦਾ ਹੁੰਦਾ ਹੈ। ਇਹ ਤੇ ਜਿਹੜੇ ਸਮਾਜ ਦੇ ਵਿਚਕਾਰ ਜਿਹੜੀ ਘਟਨਾਵਾਂ ਹੈਗੀਆਂ ਨੇ, ਜਿਹੜਾ ਵਾਤਾਵਰਨ ਹੈਗਾ ਹੈ, ਜਿਹੜਾ ਐਟਮੋਸਫੀਅਰ ਹੈਗਾ ਹੈ, ਉਹਦੇ ਕਰਕੇ ਹੀ ਇਸ ਤਰ੍ਹਾਂ ਹੁੰਦਾ ਹੈਗਾ। ਜੇ ਕੁਝ ਸਮਾਂ ਪਹਿਲੇ ਦੀ ਗੱਲ ਕਰੀਏ, ਥੋੜ੍ਹਾ ਪੁਰਾਣਾ ਸਮਾਂ ਹੋ ਗਿਆ, ਪਿੰਡ ਮੁਰੈਨਾ ਦਾ ਨਾਂ ਤੁਸੀਂ ਸੁਣਿਆ ਹੋਣਾ ਹੈਗਾ। ਉੱਥੇ ਆਮ ਤੌਰ 'ਤੇ ਹੁੰਦਾ ਸੀ ਡਾਕੂ ਜਿਹੜੇ ਹੈਗੇ ਨੇ ਉੱਥੇ ਹੀ ਆਉਂਦੇ ਸੀ। ਜਦੋਂ ਉਹਦੀ ਐਨਾਲਿਸਿਸ ਹੋਈ ਤਾਂ ਇਹੀ ਆਇਆ ਕਿ ਗਰੀਬ ਕਿਸਾਨ ਹੈਗੇ ਨੇ, ਉੱਥੇ ਖੇਤੀ ਚੰਗੀ ਹੁੰਦੀ ਨਹੀਂ ਹੈਗੀ, ਕਰਜ਼ਾ ਲੈਂਦੇ ਹੈਗੇ ਨੇ ਸਾਹੂਕਾਰਾਂ 'ਤੇ, ਫਿਰ ਉਹਨਾਂ 'ਤੇ ਤਸ਼ੱਦਦ ਹੁੰਦੀ ਹੈ, ਪੁਲਿਸ ਜਿਹੜੀ ਸਾਹੂਕਾਰਾਂ ਦੀ ਮਦਦ ਕਰਦੀ ਹੈਗੀ ਹੈ ਤਾਂ ਉਹ ਹਥਿਆਰ ਉਠਾ ਲੈਂਦੇ ਹੈਗੇ ਨੇ। ਇਸ ਤਰ੍ਹਾਂ ਦਾ ਹੀ ਘਟਨਾਵਾਂ ਇੱਥੇ ਵਾਪਰਦੀਆਂ ਹੈਗੀਆਂ ਨੇ। ਬੱਚਾ ਜਿਹੜਾ ਹੈਗਾ ਹੈ ਵੱਡਾ ਹੋ ਰਿਹਾ ਹੈਗਾ, ਕਿਤੇ ਨਾਲ ਕਿਸੇ ਨਾਲ ਲੜਾਈ ਝਗੜਾ ਹੋ ਗਿਆ, ਕੁਝ ਹੋ ਗਿਆ, ਮਾਪੇ ਵੀ ਕਈ ਵਾਰੀ ਇਹ ਕਰਦੇ ਹੈਗੇ ਨੇ ਕਿ ਪੁੱਤ ਤੂੰ ਬਾਹਰ ਜਾ ਰਿਹਾ, ਕੁੱਟ ਖਾ ਕੇ ਨਾ ਆਈ, ਜੇ ਕਰਨਾ ਕੁੱਟ ਕੇ ਆਈ, ਪਰ ਕੁੱਟ ਖਾ ਕੇ ਨਹੀਂ, ਕੁੱਟ ਖਾ ਕੇ ਆਇਆ ਤਾਂ ਘਰ 'ਚ ਹੋਰ ਤੈਨੂੰ ਕੁੱਟ ਪਏਗੀ। ਇਹ ਗਲਤ ਤਰੀਕਾ ਹੈਗਾ। ਇਸ ਤਰ੍ਹਾਂ ਦੇ ਇੰਸਟੈਂਸਿਸ ਹੈਗੇ ਨੇ। ਮੈਂ ਸਿਰਫ ਇੱਕ ਉਦਾਹਰਨ ਦਿੱਤਾ ਹੈਗਾ ਕਿ ਇਸ ਤਰ੍ਹਾਂ ਦੇ ਇੰਸਟੈਂਸਿਸ ਹੁੰਦੇ ਜਿੱਥੇ ਬੱਚੇ ਦੇ ਵਿੱਚ ਹੋ ਜਾਂਦਾ ਹੈਗਾ ਕਿ ਯਾਰ ਮੈਂ ਤਾਂ ਮਾਚੋ ਹੈਗਾ, ਮੈਂ ਤਾਂ ਇੱਕ ਮਾਰਸ਼ਲ ਰੇਸ ਦਾ ਬੰਦਾ ਹੈਗਾ, ਮੈਂ ਇਹ ਕਰ ਸਕਦਾ, ਉਹ ਕਰ ਸਕਦਾ ਹੈ। ਇਹ ਗੱਲਾਂ ਜਿਹੜੀ ਹੈਗੀ ਕੁੱਟਮਾਰ ਜਿਹੜੀ ਹੈਗੀ ਉਹਦੇ ਬਾਅਦ ਫਿਰ ਆ ਜਾਂਦੀ ਹੈਗੀ, ਥੋੜ੍ਹਾ ਵੱਡਾ ਉਹਦੇ 'ਚ ਬੰਦਾ ਬਣ ਜਾਂਦਾ ਹੈਗਾ, ਜ਼ਿਆਦਾ ਨੋਟੋਰੀਅਸ ਹੋ ਜਾਂਦਾ ਇਲਾਕੇ ਦੇ ਵਿੱਚ, ਫਿਰ ਉਹਦੇ 'ਚ ਆ ਜਾਂਦੀ ਹੈਗੀ ਹੈ ਪੁਲਿਸ ਦਾ ਇੱਕ ਸੈਕਸ਼ਨ ਹੈਗਾ, ਉਹ ਠੀਕ ਹੈ ਕਾਕਾ ਤੈਨੂੰ ਕੋਈ ਹੱਥ ਲਾਇਆ ਤਾਂ ਮੈਨੂੰ ਦੱਸੀ, ਪਰ ਮੇਰਾ ਇਹ ਕੰਮ ਕਰਾ ਦਿਆ ਕਰੀ,
ਕਿਸੇ ਨੂੰ ਕੁਝ ਕਰਨਾ ਹੈਗਾ, ਪੁਲਿਸ ਵੀ ਤੁਹਾਨੂੰ ਪਤਾ ਹੈਗਾ ਹਰ ਤਰੀਕੇ ਦੇ ਨਾਲ ਕੰਮ ਕਰਦੀ ਹੈ। ਈਵਨ ਜਿਹੜੇ ਇਨਫੋਰਮਰਸ ਹੁੰਦੇ ਹੈਗੇ ਨੇ ਪੁਲਿਸ ਦੇ ਵਿੱਚ, ਉਹ ਵੀ ਇਸ ਤਰ੍ਹਾਂ ਦੇ ਬੰਦੇ ਹੁੰਦੇ ਨੇ ਜਿਹੜੇ ਕ੍ਰਿਮੀਨਲ ਹੈਗੇ ਨੇ ਜਾਂ ਕੋਈ ਇਸ ਤਰ੍ਹਾਂ ਦੇ ਐਂਟੀ ਸੋਸ਼ਲ ਐਲੀਮੈਂਟਸ ਹੈਗੇ, ਉਹਨਾਂ ਨੂੰ ਇੱਕ ਸੰਰਕਸ਼ਣ ਦਿੱਤਾ ਜਾਂਦਾ ਹੈ, ਪ੍ਰੋਟੈਕਸ਼ਨ ਦਿੱਤਾ ਜਾਂਦਾ ਹੈਗਾ ਕਿ ਕਾਕਾ ਮੈਨੂੰ, ਕਿਉਂਕਿ ਉਹਨਾਂ ਨੂੰ ਪਤਾ ਹੈ ਉਹਦਾ ਸਰਕਲ ਉਹ ਹੈਗਾ, ਸਾਨੂੰ ਇਹ ਤਲਾ ਲਾ ਕੇ ਦੇ ਮੈਂ ਤੈਨੂੰ ਪ੍ਰੋਟੈਕਸ਼ਨ ਦਿੰਦਾ। ਉਹ ਤੋਂ ਫਿਰ ਥੋੜ੍ਹਾ ਵੱਡਾ ਕਰ ਦਈਏ ਉਹਨੂੰ। ਕੋਈ ਲੋਕਲ ਪੋਲੀਟੀਸ਼ੀਅਨ ਹੈਗਾ ਕਿ ਜੇ ਮੇਰਾ ਜਾਂ ਕੋਈ ਹੋਰ ਬੰਦਾ ਵੀ ਹੈਗਾ ਇੰਪੋਰਟੈਂਟ, ਮੇਰਾ ਕਬਜ਼ਾ ਖਾਲੀ ਕਰਾ ਦੇ, ਮੇਰਾ ਕਬਜ਼ਾ ਕਰਾ ਦੇ, ਤੁੜਵਾ ਦੇ, ਜੋ ਕੁਛ ਵੀ ਹੈਗਾ। ਹੋਰ ਉੱਦਾਂ ਵੱਡਾ ਹੋ ਗਿਆ ਬੰਦਾ ਕਿ ਇਲੈਕਸ਼ਨ ਆ ਰਹੇ ਹੈਗੇ ਨੇ, ਮੇਰਾ ਇਲੈਕਸ਼ਨ ਕਟਵਾ ਦੇ, ਇਹ ਕਟਵਾ ਦੇ। ਬੇਸਿਕਲੀ ਇਟਸ ਆਲ ਅ ਵਿਸ਼ਸ ਸਰਕਲ। ਜਿਹੜੇ ਇਕਨੋਮਿਕਸ ਦੇ ਵਿੱਚ ਤੁਸੀਂ ਪੜ੍ਹਿਆ ਹੋਣਾ ਹੈ ਕਿ ਵਿਸ਼ਸ ਸਰਕਲ ਹੁੰਦਾ ਹੈ, ਵਨ ਥਿੰਗ ਲੀਡਸ ਟੂ ਅਦਰ, ਥਰਡ ਫੋਰਥ ਘੁੰਮਾ ਕੇ ਉੱਤੇ ਇੱਕ ਸਰਕਲ ਦੇ ਵਿਚਕਾਰ ਘੁੰਮਦੇ ਜਾਂਦੇ ਨੇ। ਇਟ ਇਜ਼ ਨਥਿੰਗ ਬਟ ਜਸਟ ਅ ਵਿਸ਼ਸ ਸਰਕਲ ਆਫ ਕ੍ਰਾਈਮ ਐਂਡ ਆਲ ਦੋਜ਼ ਥਿੰਗ, ਜਿਹਦੇ ਕਰਕੇ ਗੈਂਗਸਟਰਸ ਵੱਡੇ ਹੋ ਗਏ, ਛੋਟੇ ਗੈਂਗ ਹੈ ਕ੍ਰਿਮੀਨਲ ਵੱਡੇ ਹੋ ਗਏ। ਫਿਰ ਉਹਨਾਂ ਨੂੰ ਹੁੰਦਾ ਹੈਗਾ ਜਿਸ ਤਰ੍ਹਾਂ ਕਿ ਮੈਂ ਹੀ ਸਾਰਿਆਂ ਤੋਂ ਵੱਡਾ ਕਿਉਂ ਨਾ ਬਣ ਜਾਵਾਂ, ਮੈਂ ਹੀ ਚੌਧਰ ਕਿਉਂ ਨਾ ਬਣ ਜਾਵਾਂ। ਅਤੇ ਫਿਰ ਹੁਣ ਜਿਹੜੇ ਹੈਗੇ ਨੇ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਚਲੇ ਜਾਂਦੇ ਹੈਗੇ ਨੇ। ਦੂਜੀ ਸਟੇਟਾਂ ਦੇ ਜਿਹੜੇ ਜਿਸ ਤਰ੍ਹਾਂ ਦੇ ਐਲੀਮੈਂਟਸ ਹੈਗੇ ਨੇ ਇਸ ਤਰ੍ਹਾਂ ਦੇ, ਉਹਨਾਂ ਦੇ ਨਾਲ ਤਾਲਮੇਲ ਕਰਨਾ ਸ਼ੁਰੂ ਕਰ ਦਿੱਤਾ। ਦੈਟਸ ਫਰੋਮ ਵੇਅਰ ਦ ਐਂਟਾਇਰ ਸਟੋਰੀ ਸਟਾਰਟਸ ਐਂਡ ਦੇਅਰ ਓਨਲੀ ਇਟ ਐਂਡਸ, ਦਿਸ ਐਂਟਾਇਰ ਵਿਸ਼ਸ ਸਰਕਲ। ਸਰ ਇੱਕ ਮੈਂ ਹੋਰ ਤੁਹਾਡੇ ਤੋਂ ਜਾਣਨਾ ਚਾਹਾਂਗੀ ਕਿ ਦੇਖਿਆ ਗਿਆ ਕਿ ਇਸ ਕੇਸ ਦੇ ਵਿੱਚ ਕਈ ਗੈਂਗਸਟਰ ਸੀ ਜਿਹੜੇ ਬਾਹਰੋਂ ਬੈਠ ਕੇ ਯਾਨੀ ਕਿ ਵਿਦੇਸ਼ਾਂ ਦੇ ਵਿੱਚ ਬੈਠ ਕੇ ਗੈਂਗ ਰਨ ਕਰ ਰਹੇ ਸੀ ਤੇ ਇੱਥੇ ਇੰਡੀਆ ਤੱਕ ਜਿਹੜੀ ਇਤਲਾ ਪਹੁੰਚਾ ਰਹੇ ਸੀ, ਕੌਣ ਕਿੱਥੇ ਹੈ, ਕਿਵੇਂ ਪਲਾਨ ਕਰਨਾ, ਸਭ ਕੁਝ ਉਹਨਾਂ ਦਾ ਪਲਾਨ ਸੀਗਾ ਤੇ ਉਸ ਹਿਸਾਬ ਨਾਲ ਉਹ ਵਾਰਦਾਤ ਨੂੰ ਅੰਜਾਮ ਵੀ ਦਿੱਤਾ ਗਿਆ। ਤੇ ਕਿੱਥੇ ਕਮੀ ਰਹਿ ਜਾਂਦੀ ਹੈ ਸਾਡੇ ਸਿਸਟਮ ਦੇ ਵੱਲੋਂ, ਜਦੋਂ ਸਾਰੀ ਵਾਰਦਾਤ ਹੋਣ ਤੋਂ ਬਾਅਦ ਸਾਨੂੰ ਜ਼ਰੂਰ ਪਤਾ ਲੱਗ ਜਾਂਦਾ ਹੈ ਇੱਥੇ ਬੈਠ ਕੇ ਇਹ ਚੀਜ਼ਾਂ ਹੋਈਆਂ ਨੇ, ਤੇ ਕਿਸ ਤਰੀਕੇ ਦੇ ਨਾਲ ਇਸ ਚੀਜ਼ ਨੂੰ ਹੈਂਡਲ ਕੀਤਾ ਜਾ ਸਕਦਾ ਤਾਂ ਕਿ ਹੋਰ ਜਿਹੜੇ ਨੌਜਵਾਨ ਨੇ ਪੰਜਾਬ ਦੇ ਉਹ ਇਸ ਤਰੀਕੇ ਕਤਲ ਨਾ ਹੋਣ। ਦੇਖੋ, ਨੌਜਵਾਨ ਚਾਹੇ ਪੰਜਾਬੀ ਹੈਗਾ ਹੈ ਚਾਹੇ ਨਾਨ ਪੰਜਾਬੀ ਹੈਗਾ, ਜਿਸ ਤਰ੍ਹਾਂ ਦਾ ਜਜ਼ਬਾ ਹੈਗਾ ਕਿ ਸਰਕਮਸਟਾਂਸਿਸ ਤੋਂ ਪਾਸ ਹੋਇਆ ਹੈ, ਨਿਕਲਿਆ ਹੈਗਾ ਹੈ, ਉਹ ਤਾਂ ਸਾਰਿਆਂ ਦਾ ਇੱਕੋ ਹੀ ਹੁੰਦਾ ਹੈਗਾ। ਪਰ ਇੱਥੇ ਜਿਹੜੀ ਗੱਲ ਤੁਸੀਂ ਕੀਤੀ ਹੈਗੀ ਮੂਸੇਵਾਲਾ ਮਰਡਰ ਦੇ ਵਿੱਚ ਜਿਹੜਾ ਵਿਦੇਸ਼ ਤੋਂ ਉਹਨੂੰ ਓਨ ਕੀਤਾ ਗਿਆ ਸੀ ਇਸ ਪਰਟੀਕੂਲਰ ਇੰਸਟੈਂਸ ਨੂੰ, ਅਨਫੋਰਚੂਨੇਟ ਹੈਗਾ ਹੈ ਕਿ ਗੱਲ ਜ਼ਿਆਦਾਤਰ ਕੈਨੇਡਾ ਦੇ ਵਿੱਚ ਹੀ ਹੋ ਰਹੀ। ਸਾਡੇ ਉੱਥੇ ਇੱਕ ਸੈਕਸ਼ਨ ਆਫ ਆਵਰ ਯੂਥ ਜਿਹੜੇ ਹੈਗੇ ਨੇ ਦੇ ਆਰ ਇਨਟੂ ਆਲ ਥੀਸ ਥਿੰਗਸ। ਤੁਹਾਡਾ ਧਿਆਨ ਮੈਂ ਲਿਜਾਣਾ ਚਾਹਾਂਗਾ RCMP ਦੀ ਰਿਪੋਰਟ ਜਿਹੜੀ ਹੈਗੀ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦੀ। ਉਹ ਕਹਿੰਦੇ ਹੈਗੇ ਨੇ ਉਹਨਾਂ ਨੂੰ 3 ਟਾਈਪ ਦੇ ਕੈਟੇਗੋਰੀਜ਼ ਦੇ ਵਿੱਚੋਂ ਸਾਰਿਆਂ ਤੋਂ ਜ਼ਿਆਦਾ ਉਹਨਾਂ ਨੂੰ ਖਤਰਾ ਜਾਪਦਾ ਹੈਗਾ। ਸਾਰਿਆਂ ਦੇ ਟੌਪ 'ਤੇ ਆਉਂਦਾ ਹੈਗਾ ਚਾਈਨੀਜ਼ ਗੈਂਗ ਜਿਹੜੇ ਹੈਗੇ ਨੇ, ਟਰਾਈਡ ਗੈਂਗਸ ਜਿਹਨੂੰ ਕਹਿੰਦੇ ਨੇ। ਸਾਰਾ ਉਹਨਾਂ ਦਾ ਡਰੱਗਸ ਦਾ ਵਪਾਰ ਜਿਹੜਾ ਹੈਗਾ ਆਮ ਤੌਰ 'ਤੇ ਚਾਈਨੀਜ਼ ਟਰਾਈਡਸ ਹੀ ਕਰਦੇ ਹੈਗੇ ਨੇ, ਚਾਹੇ ਕੈਨੇਡਾ ਹੈਗਾ, ਚਾਹੇ ਅਮਰੀਕਾ ਹੈਗਾ, ਚਾਹੇ ਯੂਰਪ ਹੈਗਾ, ਦੇ ਆਰ ਦ ਪਰਸਨਸ ਹੂ ਡੂ ਇਟ। ਉਹਦੇ ਬਾਅਦ ਦੂਜਾ ਗਰੁੱਪ ਆ ਜਿਹੜਾ ਆਉਂਦਾ ਹੈਗਾ ਜਿਹਦਾ ਲॉलेसनेस ਜ਼ਿਆਦਾ ਕਰਦਾ ਹੈਗਾ, ਉਹਨਾਂ ਨੂੰ ਜਾਪਦਾ ਹੈਗਾ ਕਿ ਜਿਹੜੇ ਐਥਨਿਕ ਗਰੁੱਪਸ ਲੋਕਲ ਹੈਗੇ ਨੇ ਉਹ ਇਸ ਤਰ੍ਹਾਂ ਦੀ ਖੋਹਾਂ ਦੀ ਗੱਲ ਅਤੇ ਮਾਰਾ ਮਾਰੀ ਇਸ ਤਰ੍ਹਾਂ ਦੇ ਕਰਦੇ ਹੈਗੇ ਨੇ। ਪਰ ਸਾਰਿਆਂ ਦੇ ਦੁੱਖ ਦੀ ਗੱਲ ਹੈਗੀ ਹੈ ਕਿ ਸਮਝਦੇ ਹੈਗੇ ਨੇ ਕਿ ਜਿਹੜਾ ਇੱਕ ਆਰਗੇਨਾਈਜ਼ਡ ਗੈਂਗ ਉੱਤੇ ਸਾਡਾ ਇਸ ਸੈਕਸ਼ਨ ਆਫ ਪੰਜਾਬੀ ਯੂਥ ਦਾ ਜਿਹੜਾ ਹੋ ਗਿਆ ਹੈਗਾ, ਉਹ ਵੀ ਉਹਨਾਂ ਦੀ ਟੌਪ ਮੋਸਟ ਲਿਸਟ ਦੇ ਵਿੱਚ ਆਉਂਦਾ ਹੈਗਾ RCMP ਦੀ। ਮੈਂਟੈਲਿਟੀ ਉਹੀ ਕਿ ਸਾਡੇ ਪੰਜਾਬੀ ਜਿਹੜੇ ਹੈਗੇ ਆ, ਅਸੀਂ ਠੀਕ ਹੈ ਮਾਰਸ਼ਲ ਰੇਸ ਹੈਗੇ, ਸਾਨੂੰ ਆਦਤ ਹੈਗੀ ਹੈ ਕਿ ਅਸੀਂ ਚੌਧਰ ਹੈਗੇ, ਸਾਡੀ ਲੱਤ ਜਿਹੜੀ ਉਹ ਉੱਤੇ ਹੋਣੀ ਚਾਹੀਦੀ ਹੈਗੀ, ਉਹਦੇ ਤੋਂ ਕਿਸੇ ਦੀ ਲੱਤ ਕਿਸ ਤਰ੍ਹਾਂ ਉੱਤੇ ਜਾ ਰਹੀ ਹੈਗੀ, ਦੈਟ ਕਾਈਂਡ ਆਫ ਮੈਂਟੈਲਿਟੀ। ਐਂਡ ਯੈਸ, ਬਾਹਰ ਬੱਚੇ ਜਿਹੜੇ ਬੈਠੇ ਹੈਗੇ ਨੇ ਨੈਚੁਰਲੀ ਉਹਨਾਂ ਦੇ ਕੋਲ ਸੁਵਿਧਾ ਵੀ ਹੈਗੀ ਹੈ, ਉਹਨਾਂ ਦੇ ਕੋਲ ਪੈਸਾ ਵੀ ਹੈਗਾ। ਅਨਲਾਈਕ ਜਿਹੜੇ ਇੱਥੇ ਪੰਜਾਬੀ ਬੈਠੇ ਹੈਗੇ ਨੇ ਬੱਚੇ, ਉਹਨਾਂ ਦੇ ਕੋਲ ਪੈਸੇ ਦੀ ਸਹੂਲੀਅਤ ਨਹੀਂ ਹੈਗੀ। ਜਿਹੜੇ ਬਾਹਰ ਬੈਠੇ ਹੈਗੇ ਨੇ ਉਹਨਾਂ ਦੇ ਕੋਲ ਸਹੂਲੀਅਤ ਪੈਸੇ ਦੀ ਵੀ ਹੈਗੀ ਹੈ, ਚਾਹੇ ਡਰੱਗਸ ਮਨੀ ਹੈਗੀ ਹੈ, ਚਾਹੇ ਕੋਈ ਵੀ ਮਨੀ ਹੈਗੀ ਹੈ। ਵੈਪਨਸ ਜਿਹੜੇ ਹੈਗੇ ਨੇ ਉਹ ਵੀ ਅਵੇਲੇਬਲ ਆਮ ਤੌਰ 'ਤੇ ਹੋ ਜਾਂਦੇ ਹੈਗੇ ਨੇ। ਇਸ ਕਰਕੇ ਉਹਨਾਂ ਦੇ ਜਿਹੜੇ ਵਿਚਕਾਰ ਜਿਹੜੀ ਇੱਕ ਰੋਸ਼ ਦੀ ਭਾਵਨਾ ਹੈਗੀ, ਉਹਨਾਂ ਦੇ ਗੁੱਸੇ ਦੀ ਭਾਵਨਾ ਜਿਹੜੀ ਹੈਗੀ ਹੈ। ਅਤੇ ਸਾਡੇ ਪੰਜਾਬ ਦੇ ਵੀ ਕੁਝ ਮਸਲਾਤ ਇਸ ਤਰ੍ਹਾਂ ਦੇ ਹੈਗੇ ਨੇ ਜਿਨ੍ਹਾਂ ਨੂੰ ਲੈ ਕੇ ਉਹ ਹਮੇਸ਼ਾ ਜਾਗਰੂਕ ਰਹਿੰਦੇ ਹੈਗੇ ਨੇ ਕਿ ਹਾਂ ਜੀ, ਇੱਕ ਸੈਕਸ਼ਨ ਜਿਹੜਾ ਹੈਗਾ ਡਾਇਸਪੋਰਾ ਤਾਂ ਅਜੇ ਵੀ ਕੋਈ ਗੱਲ ਕਰਦਾ ਹੈਗਾ ਖਾਲਿਸਤਾਨ ਦੀ, ਜਦੋਂ ਕਿ ਪੰਜਾਬ ਦੇ ਵਿੱਚ ਨਾ ਤਾਂ ਮਿਲੀਟੈਂਸੀ ਹੈ ਨਾ ਹੀ ਕੋਈ ਖਾਲਿਸਤਾਨ ਵਾਲੀ ਇਸ ਤਰ੍ਹਾਂ ਗੱਲ ਹੈਗੀ ਹੈ। ਪਰ ਉਹਨਾਂ ਦਾ ਇੱਕ ਸੈਕਸ਼ਨ ਜਿਹੜਾ ਹੈਗਾ ਉਹਨਾਂ ਦੇ ਮਨ ਦੇ ਵਿੱਚ ਵੀ ਇਸ ਤਰ੍ਹਾਂ ਦੀ ਗੱਲ ਰਹਿੰਦੀ ਹੈਗੀ ਹੈ। ਅਤੇ ਇਹ ਸਾਰੇ ਕਾਰਨ ਹੈਗੇ ਹਨ ਜਿਹਦੇ ਵਿੱਚ ਬੱਚੇ ਦਾ ਮਨ ਜਿਹੜਾ ਹੈਗਾ ਹੈ ਇੱਕ ਸਾਈਡ 'ਤੇ ਚਲਾ ਜਾਂਦਾ ਹੈ। ਉਹ ਹੌਲੀ ਹੌਲੀ ਇੰਨਾ ਉਹ ਹਾਰਡ ਹੋ ਜਾਂਦਾ ਹੈਗਾ, ਉਹਦਾ ਵਿਊ ਪੁਆਇੰਟ ਜਿਹੜਾ ਹੈਗਾ ਕਿ ਹੀ ਲੈਂਡਸ ਅਪ ਇਨ ਦਿਸ ਕਾਈਂਡ ਆਫ ਸਰਕਲ। ਔਰ ਯੈਸ, ਗੈਂਗਸਟਰ ਜਿਹੜੇ ਇੱਥੇ ਬੈਠੇ ਹੈਗੇ ਨੇ ਉਹਨਾਂ ਨੂੰ ਸਪੋਰਟ ਤਾਂ ਉੱਥੋਂ ਆਉਂਦਾ ਹੀ ਹੈਗਾ। ਫਿਰ ਗੈਂਗ ਦੇ ਵਿੱਚ ਵੀ ਕੰਮ ਕਰਨਾ ਹੈਗਾ, ਪੈਸਾ ਚਾਹੀਦਾ ਹੈਗਾ, ਹਥਿਆਰ ਚਾਹੀਦੇ ਹੈ, ਹਥਿਆਰ ਖਰੀਦਣਾ ਉਹਦੇ ਲਈ ਪੈਸਾ ਚਾਹੀਦਾ ਹੈ। ਕਿਸੇ ਕ੍ਰਾਈਮ ਕਰ ਲਿੱਤਾ ਤਾਂ ਕ੍ਰਾਈਮ ਕਰਨ ਦੇ ਬਾਅਦ ਕਿਤੇ ਜਾ ਕੇ ਤੁਹਾਨੂੰ ਛੁਪਣਾ ਪਏਗਾ। ਯੂ ਹੈਵ ਟੂ ਲਾਈ ਲੋ। ਜਿੱਥੇ ਲਾਈ ਲੋ ਕਰ ਰਹੇ ਉੱਥੇ ਵੀ ਤੁਹਾਨੂੰ ਪੈਸੇ ਦੀ ਲੋੜ ਹੈਗੀ ਹੈ। ਲੋਕਲ ਦੀ ਹੋ ਸਕਦਾ ਪੁਲਿਸ ਦੇ ਕੋਈ ਬੰਦੇ ਉਹਨਾਂ ਨੂੰ ਵੀ ਖਿਡਾਉਣ ਦੀ ਲੋੜ ਹੈਗੀ ਹੈ ਕਿ ਵੀ ਖਿਲਾ ਦਿਓ ਪੈਸਾ, ਸਾਨੂੰ ਫੜ ਨਾ ਲੈਣ। ਜਾਂ ਉੱਥੇ ਦੇ ਕੋਈ ਪੋਲੀਟੀਕਲ ਬੰਦਾ ਸੱਜੇ ਖੱਬੇ ਹੋਏਗਾ ਕਿ ਉਹ ਨਾ ਧਿਆਨ ਦੇ ਤਾਂ ਪੈਸੇ ਦੀ ਲੋੜ ਤਾਂ ਗੈਂਗਸ ਦੇ ਵਿੱਚ ਪੈਂਦੀ ਹੈਗੀ। ਐਸੇ ਕਰਕੇ ਉਹ ਕ੍ਰਾਈਮ ਦੇ ਵਿੱਚ ਪੈਂਦੇ ਹੈਗੇ ਨੇ, ਲੁੱਟਾ ਖੋਹੀ ਵੀ ਕਰਦੇ ਹੈਗੇ ਨੇ। ਯੈਸ, ਬਾਹਰੋਂ ਪੈਸਾ ਆਉਂਦਾ ਹੈਗਾ ਐਂਡ ਆਫ ਕੋਰਸ ਇਟਸ ਓਬਵੀਅਸ ਕਿ ਜਿਹੜਾ ਪੈਸਾ ਬਾਹਰੋਂ ਆਉਂਦਾ ਹੈਗਾ ਉਹ
ਲੀਗਲ ਤਰੀਕੇ ਦੇ ਨਾਲ ਤਾਂ ਨਹੀਂ ਆਉਂਦਾ ਹੋਣਾ ਹੈਗਾ। ਇਸੇ ਕਰਕੇ ਇਲੀਗਲ ਤਰੀਕਾ, ਇੱਕ ਵਾਰ ਬੰਦਾ ਕੋਈ ਕਿਸੇ ਇਲੀਗਲ ਕੰਮ ਦੇ ਵਿੱਚ ਪੈ ਜਾਏ, ਦੂਜਾ ਤੀਜਾ ਚੌਥਾ ਪੰਜਵਾਂ, ਫਿਰ ਉਹ ਸਰਕਲ ਜਿਸ ਮੈਂ ਗੱਲ ਕਰ ਰਿਹਾ ਸੀ ਵਿਸ਼ਵ ਸਰਕਲ ਦੀ, ਉਹ ਪੂਰੀ ਬਣ ਜਾਂਦਾ ਹੈਗਾ। ਸਰ ਇੱਕ ਸਵਾਲ ਮੈਂ ਅਖੀਰੇ ਤੁਹਾਡੇ ਤੋਂ ਲੈਣਾ ਚਾਹਾਂਗੀ। ਪੰਜਾਬ ਦੇ ਵਿੱਚ ਕਾਫੀ ਕੰਮ ਕੀਤਾ ਹੈ ਤੁਸੀਂ, ਬਹੁਤ ਸਾਰੀਆਂ ਜਿਹੜੀਆਂ ਧਮਕੀਆਂ ਨੇ ਉਹ ਬਾਲੀਵੁੱਡ ਜਗਤ ਨੂੰ ਦਿੱਤੀਆਂ ਜਾਂਦੀਆਂ, ਹਾਲਾਂਕਿ ਬਾਲੀਵੁੱਡ ਤੱਕ ਵੀ ਇਹਨਾਂ ਦੀ ਪਹੁੰਚ ਹੈਗੀ ਹੈ। ਹਾਲ ਹੀ ਦੇ ਵਿੱਚ ਦੇਖਿਆ ਜਾਏ ਤਾਂ ਸਲਮਾਨ ਖਾਨ ਨੂੰ ਵੀ ਜਿਹੜੀ ਧਮਕੀ ਹੈ ਉਹ ਦਿੱਤੀ ਗਈ ਸੀ ਗੈਂਗਸਟਰਸ ਦੇ ਵੱਲੋਂ। ਪੰਜਾਬ ਦੀ ਜੇਕਰ ਮੈਂ ਗੱਲ ਕਰ ਲਾਂ, ਪਿਛਲੇ ਦਿਨੋਂ ਜਿਹੜਾ ਦਿਲਪ੍ਰੀਤ ਟਾਹਾ ਇੱਥੇ ਫੜਿਆ ਗਿਆ, ਉਹਨੇ ਆਪਣੇ ਪਰਮੇਸ਼ ਵਰਮਾ ਨੂੰ ਦਿੱਤੀ ਸੀਗੀ ਧਮਕੀ। ਉਸ ਤੋਂ ਇਲਾਵਾ ਹੁਣ ਸਿੱਧੂ ਮੂਸੇਵਾਲਾ ਦਾ ਤੇ ਕਤਲ ਹੀ ਹੋ ਗਿਆ, ਵਿੱਕੀ ਮਿੱਡੂ ਖੇੜਾ ਸੀਗਾ ਉਹਨਾਂ ਦਾ ਵੀ ਕਤਲ ਹੋ ਗਿਆ। ਇਸ ਤਰੀਕੇ ਜਿਹੜਾ ਹੈ ਇਹ ਫਿਰੌਤੀਆਂ ਦਾ ਜਿਹੜਾ ਮਸਲਾ ਹੈ ਇਹ ਅਸਲ ਦੇ ਵਿੱਚ ਕੀ ਹੈ ਕਿ ਸਿਰਫ ਸੱਚੀ ਦੇ ਵਿੱਚ ਉਹਨਾਂ ਤੋਂ ਪੈਸਾ ਚਾਹੁੰਦੇ ਨੇ ਜਾਂ ਫਿਰ ਇੱਕ ਨਾਮ ਆਪਣਾ ਬਣਾਉਣਾ ਚਾਹੁੰਦੇ ਨੇ? ਇਹ ਬੜਾ ਪਰਟੀਨੈਂਟ ਕੁਐਸਚਨ ਤੁਸੀਂ ਕੀਤਾ ਹੈਗਾ। ਉਹਦੇ 'ਚ ਦੋਵੇਂ ਗੱਲਾਂ ਹੈਗੀਆਂ ਨੇ। ਇੱਕ ਤੇ ਹੈਗਾ ਪੈਸਾ ਬਣਾਉਣਾ ਹੈਗਾ, ਦੂਜੀ ਗੱਲ ਜਿਹੜੀ ਅਸੀਂ ਕਰ ਰਹੇ ਸੀ ਡੋਨਾ ਦਾ ਡੋਨਾ ਦੇ ਵਿੱਚੋਂ ਅਸਲੀ ਡੌਨ ਕੌਣ, ਗੈਂਗਸਟਰਸ ਦੇ ਵਿੱਚ ਅਸਲੀ ਗੈਂਗਸਟਰ ਕੌਣ, ਰੂਲਰ ਕੌਣ ਹੈਗਾ, ਬਾਦਸ਼ਾਹ ਕੌਣ ਹੈਗਾ, ਦੋਵੇਂ ਗੱਲਾਂ ਹੈਗੀਆਂ ਨੇ। ਉਹ ਜਿਹੜੇ ਬੰਦੇ ਐਕਟਿੰਗ ਕਰਦੇ ਹੈਗੇ ਨੇ ਜਾਂ ਸੰਗੀਤ ਦੇ ਵਿੱਚ ਹੈਗੇ ਨੇ, ਜਿਨ੍ਹਾਂ ਦੇ ਇਸ ਤਰ੍ਹਾਂ ਦਾ ਜਿਹੜਾ ਇਹਨਾਂ ਦਾ ਆਪਣਾ ਪ੍ਰੋਫੈਸ਼ਨ ਹੈਗਾ, ਉਹ ਬੇਸਿਕਲੀ ਦੇ ਆਰ ਸੌਫਟ ਪੀਪਲ, ਦੇ ਆਰ ਸੌਫਟ ਟਾਰਗੇਟਸ। ਪੈਸਾ ਉਹਨਾਂ ਦੇ ਕੋਲ ਹੁੰਦਾ ਹੈਗਾ। ਜੇ ਤੁਸੀਂ ਪੰਜਾਬੀ ਮਿਊਜ਼ਿਕ ਦੀ ਗੱਲ ਕਰਦੇ ਹੈਗੇ ਹੋ, ਪੰਜਾਬੀ ਬੀਟਸ ਹੀ ਇਸ ਤਰ੍ਹਾਂ ਦੀ ਹੁੰਦੀਆਂ ਨੇ ਕਿ ਬੰਦਾ ਜਿਹੜਾ ਹੈਗਾ ਉਸ ਤਰ੍ਹਾਂ ਨੱਚਣਾ ਸ਼ੁਰੂ ਕਰ ਦਿੰਦਾ ਹੈਗਾ, ਬਾਹਰ ਜਾਂਦਾ ਉਹਨਾਂ ਨੂੰ ਬਹੁਤ ਪੈਸਾ ਮਿਲਦਾ ਹੈਗਾ। ਸਾਰਾ ਪੈਸਾ ਇੱਥੇ ਓਪਨ ਚੈਨਲ ਦੇ ਨਾਲ ਤੇ ਆਉਂਦਾ ਨਹੀਂ ਹੋਣਾ ਹੈਗਾ। ਦੇ ਹੈਵ ਰੈਡੀ ਕੈਸ਼ ਅਵੇਲੇਬਲ, ਜਿਹਦੇ ਉੱਤੇ ਰੈਡੀ ਕੈਸ਼ ਦੇ ਉੱਤੇ ਹਮੇਸ਼ਾ ਗੈਂਗਸਟਰ ਦੀ ਨਜ਼ਰ ਰਹਿੰਦੀ ਹੈ ਕਿ ਇੱਥੇ ਰੈਡੀ ਕੈਸ਼ ਅਵੇਲੇਬਲ ਹੈਗਾ। ਜੇ ਪਹਿਲੇ ਚੋਰੀਆਂ ਹੁੰਦੀਆਂ ਸਨ, ਚੋਰੀਆਂ ਵੀ ਉੱਥੇ ਹੁੰਦੀਆਂ ਸੀ ਤੇ ਰੈਡੀ ਕੈਸ਼ ਹੈਗਾ। ਹੁਣ ਜਦੋਂ ਕ੍ਰਾਈਮ ਆਰਗੇਨਾਈਜ਼ਡ ਹੋ ਗਿਆ ਹੈਗਾ ਤਾਂ ਉਸ ਵੇਲੇ ਵੀ ਉਹ ਗੱਲ ਹੈ ਕਿ ਇਹਦੇ ਕੋਲ ਕੈਸ਼ ਜ਼ਿਆਦਾ ਹੈਗਾ ਤੇ ਸੌਫਟ ਟਾਰਗੇਟ ਹੈਗਾ। ਇਹਦੇ ਕੋਲ ਉਗਰਾਹੀ ਕਰਾ ਲਿਓ ਬੰਦੂਕ ਦਿਖਾ ਕੇ, ਜਾਂ ਜਿਸ ਤਰ੍ਹਾਂ ਵੀ ਕਰਨਾ ਡਰਾ ਧਮਕਾ ਕੇ ਜਿੰਨੀ ਉਗਰਾਹੀ ਕਰਾਣੀ ਕਰਾ ਲਿਓ। ਔਰ ਜਿਸ ਤਰ੍ਹਾਂ ਮੈਂ ਕਿਹਾ ਕਿ ਇਹ ਜਿਹੜੇ ਸੰਗੀਤਕਾਰ ਜਾਂ ਇਸ ਤਰ੍ਹਾਂ ਐਕਟਰਸ ਹੈਗੇ ਨੇ, ਬੇਸਿਕਲੀ ਦੇ ਆਰ ਸੌਫਟ ਹਾਰਟਡ ਪੀਪਲ। ਉਹ ਕੋਈ ਬਾਹੂ ਮਸਲਮੈਨ ਤੇ ਹੈ ਨਹੀਂ ਤੇ ਮੋਸਟ ਆਫ ਦੈਮ ਸਕਮ। ਹੁਣ ਜਿਹੜੀ ਗੱਲਾਂ ਆ ਰਹੀਆਂ ਹੈਗੀਆਂ ਨੇ ਕਿ ਈਵਨ ਸਲਮਾਨ ਖਾਨ ਠੀਕ ਹੈਗਾ, ਇਜ਼ ਗॉट ਅ ਵੰਡਰਫੁਲ ਬੋਡੀ, ਆਈ ਐਮ ਟੋਲਡ, ਆਈ ਡੋਂਟ ਨੋ, ਮੈਂ ਜਾਣਦਾ ਨਹੀਂ ਹੈਗਾ, ਪਰ ਉਹਨੂੰ ਵੀ ਧਮਕੀਆਂ ਪੁੱਛ ਗਈਆਂ ਕਿ ਹਾਂ ਵੀ ਪੈਸਾ ਦੇ ਦੇ। ਪਰਮੀਸ਼ ਦੇ ਉੱਤੇ ਵੀ ਹੋਇਆ ਹੈਗਾ, ਇਸ ਤਰ੍ਹਾਂ ਕਾਫੀ ਦੇ ਕੋਲ ਹੋਇਆ ਹੈਗਾ। ਯੈਸ, ਬੇਸਿਕਲੀ ਇਟਸ ਆਲ ਲਸਟ ਫॉर ਮਨੀ ਐਂਡ ਮੋਰ ਮਨੀ। ਥੈਂਕ ਯੂ। ਇਹ ਸਨ ਸਾਡੇ ਨਾਲ ਪੰਜਾਬ ਦੇ ਸਾਬਕਾ ਡੀਜੀਪੀ ਸ਼ਸ਼ੀਕਾਂਤ ਜੀ, ਜਿਨ੍ਹਾਂ ਨੇ ਵਿਸਥਾਰ ਦੇ ਵਿੱਚ ਸਾਨੂੰ ਜਾਣਕਾਰੀ ਦਿੱਤੀ ਕਿ ਅਸਲ ਦੇ ਵਿੱਚ ਗੈਂਗਸਟਰਸ ਹੁੰਦੇ ਕਿਵੇਂ ਨੇ, ਪੈਦਾ ਕਿਵੇਂ ਹੁੰਦੇ ਨੇ, ਕੌਣ ਹੁੰਦੇ ਨੇ ਤੇ ਕਿਸ ਤਰੀਕੇ ਦੇ ਨਾਲ ਜੇਲ੍ਹਾਂ ਦੇ ਵਿੱਚ ਇਹਨਾਂ ਦਾ ਸਾਰਾ ਕੰਮਕਾਜ ਹੈ ਉੱਥੋਂ ਬੈਠ ਕੇ ਚੱਲਦਾ ਤੇ ਕਿਵੇਂ ਵਿਦੇਸ਼ਾਂ ਤੋਂ ਇਹ ਸਾਰਾ ਇੱਕ ਸਰਕਲ ਰਨ ਕਰਦੇ ਨੇ, ਖਾਸ ਤੌਰ ਤੇ ਇੱਕ ਪਰਟੀਕੂਲਰ ਜਗ੍ਹਾ ਦੇ ਉੱਤੇ ਜਿੱਥੇ ਕਿ ਇਹਨਾਂ ਨੇ ਟਾਰਗੇਟ ਕੀਤਾ ਹੁੰਦਾ। ਇਹ ਸਾਡੇ ਤੁਹਾਡੇ ਵਿੱਚੋਂ ਹੀ ਨੇ, ਸਾਡੇ ਨਾਲ ਵੀ ਬੈਠੇ ਹੋ ਸਕਦੇ ਨੇ, ਸਾਡੇ ਪੜੋਸ ਵੀ ਹੋ ਸਕਦੇ ਨੇ। ਜ਼ਰੂਰਤ ਹੈ ਤਾਂ ਇਹਨਾਂ ਨੂੰ ਪਛਾਣਨ ਦੀ ਤੇ ਹਵਾਲੇ ਕਰਨ ਦੇ ਪੁਲਿਸ ਦੇ, ਕਿਉਂਕਿ ਇੱਕ ਮੌਕਾ ਸ਼ਾਇਦ ਇਹ ਵੀ ਲੈਣਾ ਚਾਹੁੰਦੇ ਹੋਣਗੇ। ਤੇ ਦੂਜੀ ਗੱਲ, ਪੰਜਾਬ ਦੀ ਜੋ ਨੌਜਵਾਨੀ ਨੂੰ ਜੇਕਰ ਬਰਕਰਾਰ ਰੱਖਣਾ ਹੈ ਤਾਂ ਇਸ ਗੱਲ ਦਾ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਕਿ ਸਾਡੇ ਆਲੇ ਦੁਆਲੇ ਦਾ ਮਾਹੌਲ ਕਿਹੋ ਜਿਹਾ, ਕਿਉਂਕਿ ਕਈ ਵਾਰ ਜਿਵੇਂ ਅਸੀਂ ਇਹਨਾਂ ਨਾਲ ਵੀ ਗੱਲ ਕੀਤੀ ਤੇ ਵੈਸੇ ਵੀ ਪੰਜਾਬ ਨੇ ਜੋ ਕੁਝ ਸੰਤਾਪ ਹੰਡਾਇਆ ਉਸ ਤੋਂ ਲੈ ਕੇ ਹੁਣ ਤੱਕ ਇਹੀ ਗੱਲ ਸਾਹਮਣੇ ਆਈ ਹੈ ਕਿ ਸਾਡੇ ਆਲੇ ਦੁਆਲੇ ਦਾ ਜਿਹੜਾ ਮਾਹੌਲ ਹੁੰਦਾ ਹੈ ਉਹ ਸਾਨੂੰ ਉਸ ਤਰੀਕੇ ਦੇ ਨਾਲ ਗਰੂਮ ਕਰਦਾ, ਉਸ ਤਰੀਕੇ ਦੇ ਨਾਲ ਅੱਗੇ ਵਧਾਉਂਦਾ ਹੈ ਕਿ ਹੁਣ ਅੱਗੇ ਅਸੀਂ ਜਾ ਕੇ ਆਪਦਾ ਕੰਮ ਕਰਨਾ, ਆਪਣੇ ਪ੍ਰੋਫੈਸ਼ਨ 'ਚ ਵਧਣਾ, ਜਾਂ ਫਿਰ ਦਿਮਾਗ ਦੇ ਵਿੱਚ ਕੋਈ ਅਜਿਹੀ ਖੁੰਦਕ ਪਾਲ ਕੇ ਬੈਠ ਜਾਣਾ ਕਿ ਬਾਅਦ ਦੇ ਵਿੱਚ ਉਸ ਦਾ ਬਦਲਾ ਲਿਆ ਜਾ ਸਕੇ, ਜਿਵੇਂ ਕਿ ਸਿੱਧੂ ਮੂਸੇਵਾਲਾ ਕੇਸ ਦੇ ਵਿੱਚ ਹੋਇਆ। ਹੁਣ ਇਸ ਕੇਸ ਦਾ ਸਿੱਟਾ ਕੀ ਨਿਕਲੇਗਾ, ਕਿਸ ਤਰੀਕੇ ਦੇ ਨਾਲ ਕਤਲ ਹੋਇਆ, ਕਿਸ ਤਰੀਕੇ ਦੇ ਨਾਲ ਹੋਰ ਕੌਣ-ਕੌਣ ਇਸ ਦੇ ਵਿੱਚ ਇਨਵੋਲਵ ਸੀ, ਇਹ ਤਾਂ ਜ਼ਰੂਰ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗ ਜਾਏਗਾ। ਪਰ ਅਸੀਂ ਚਾਹਾਂਗੇ ਕਿ ਹੋਰ ਕੋਈ ਪੰਜਾਬ ਦਾ ਨੌਜਵਾਨ ਹੈ ਜਿਹੜਾ ਉਹ ਨਾ ਤਾਂ ਮਾਰਿਆ ਜਾਵੇ ਤੇ ਨਾ ਗੈਂਗਸਟਰ ਵੱਲ ਵਧੇ। ਵੀਡੀਓ ਜਰਨਲਿਸਟ ਅਨਿਲ ਦੇ ਨਾਲ, ਦੈਨਿਕ ਸਵੇਰਾ ਟੀਵੀ ਦੇ ਲਈ ਚੰਡੀਗੜ੍ਹ ਤੋਂ ਹਰਸਿਮਰਤ। ਬਾਬਾ ਯਾਮੀਨ ਬੰਗਾਲੀ 골ਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ 'ਚ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਗਾਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਿਹੜੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਬਨ, ਜਾਦੂ ਟੋਣਾ, ਮਨਮੋਹਣੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ। ਬਾਬਾ ਯਾਮੀਨ ਬੰਗਾਲੀ 9643503221।